ਅੱਜ ਇਹ ਜੀਓ ਆਉਣ ਕਰਕੇ ਸਾਡੇ ਕੱਲੇ ਬੰਦੇ ਨੂੰ ਜਿਹੜਾ ਸਾਡਾ ਇੱਕ ਨਾਂ ਸੀ ਉਹਨਾਂ ਨੂੰ ਆਣ ਕੇ ਮਿਲਣ ਵਾਸਤੇ ਤਰੀਕਾ ਵੇਖੋ ਕੀ ਆ। ਇੱਥੇ ਤਹਿਸੀਲਦਾਰ ਲੁੱਟ, ਪਟਵਾਰੀ ਲੁੱਟ, ਬਿਜਲੀ ਮਹਿਕਮਾ ਲੁੱਟ। ਉਹ ਗੱਲ ਤਾਂ ਕਰੋ ਕਿਹੜੇ ਬੰਨੋਂ ਨਹੀਂ ਫੜ ਕੇ ਦਿੱਤੇ। और उल्टा ये कह रहे कि सानू इन्हां दी जरूरत नहीं है। जरूरत क्यों नहीं है? क्योंकि महकमे सारे भुखे बैठे आ। जियो जी जदों दे लगे महकमिਆਂ ਦਾ ਖਾਣਾ ਪੀਣਾ ਬੰਦ ਹੋਇਆ। ਇਹ ਥੋੜਾ ਜਿਹਾ ਬੋਲਣ ਲੱਗੇ। ਮੈਂ ਸਰਦਾਰ ਭਗਵੰਤ ਸਿੰਘ ਮਾਨ ਨੂੰ ਬੇਨਤੀ ਕਰਾਂਗਾ ਕਿ ਮੰਤਰੀਆਂ ਨੂੰ ਸਟੱਡੀ ਕਰਵਾਈ ਜਾਵੇ ਥੋੜੀ ਜੀ, ਕਿ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਸੋਚਿਆ ਜਾਵੇ। ਇੱਕ ਮਹਿਕਮਾ ਸਾਨੂੰ ਦੱਸੋ, ਅਸੀਂ ਡਾਟੇ ਦਿੰਨੇ ਆ ਕਿੰਨੇ ਅਸੀਂ ਪ੍ਰਾਪਤੀਆਂ ਕੀ ਸਾਡੀਆਂ, ਤੇ ਇਹ ਸਰਕਾਰ ਦੀਆਂ 4 ਮਹੀਨਿਆਂ ਦੀ ਪ੍ਰਾਪਤੀਆਂ ਦੇ ਦੇਣ। और जिन्नी असीं इन्हां दी करप्शन नूं रोकिਆ जियो जी ने, और उन्हां कोहे ने नहीं, किसी संस्था ने नहीं रोकिਆ जिन्ना जियो जी ने नੱਥ ਪਾਈ। ਕਿਉਂਕਿ ਸਰਕਾਰ ਇਹ ਨਹੀਂ ਅਣਜਾਣ ਸੀ, ਇਹਨੂੰ ਸਰਕਾਰ ਦੀਆਂ ਪਾਲਿਸੀਆਂ ਦਾ ਨਹੀਂ ਪਤਾ ਭਗਵੰਤ ਮਾਨ ਨੂੰ। पूरे जियो जी ने पूरे पिंडा के बारे एक रिपोर्ट जी पाई बिल्कुल सही पाई आ। अगर काम नहीं किया तो प्रशासन ने या सरकार ने नहीं किया। ਹੁਣ ਦੇਖੋ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਜੀਓ ਜੀ ਖੜੀ ਕੀਤੀ ਹੈ, ਇਹਦਾ ਪਿੱਛੇ ਇਤਿਹਾਸ ਵੇਖੋ ਕੀ ਆ। जियो जी यानी कि गार्ड ऑफ गवर्नर्स ਜਿਹੜਾ ਕਿ 2017 ਵਿੱਚ ਕੈਪਟਨ ਸਰਕਾਰ ਵੱਲੋਂ ਇਹ ਸੇਵਾ ਸ਼ੁਰੂ ਕੀਤੀ ਗਈ ਸੀ, ਤਾਂ ਜੋ ਜਿਹੜੇ ਪਿੰਡਾਂ ਵਿੱਚ ਘਪਲੇ ਹੁੰਦੇ ਪਏ ਆ ਉਹਨਾਂ ਦੀ ਰੋਕਥਾਮ ਕੀਤੀ ਜਾਵੇ। ਇਹਨਾਂ ਨੂੰ ਖੁਸ਼ਹਾਲੀ ਰਾਖੀ ਵੀ ਕਿਹਾ ਜਾਂਦਾ ਵਾ। ਲੇਕਿਨ ਅੱਜ ਭਗਵੰਤ ਮਾਨ ਜੀ ਨੇ ਕੱਲ੍ਹ ਜਿਹੜਾ ਇੱਕ ਐਲਾਨ ਆਇਆ, ਬਿਆਨ ਆਇਆ, ਜਿਹਦੇ ਵਿੱਚ ਕਿਹਾ ਗਿਆ ਵਾ ਵੀ ਜਿਹੜੀ ਇਹ ਜੀਓ ਜੀ ਸੇਵਾਵਾਂ ਵਾ ਇਹ ਬੰਦ ਕੀਤੀਆਂ ਜਾਣਗੀਆਂ, ਜਿਸ ਦੇ ਵਿਰੋਧ ਵਿੱਚ ਅੱਜ ਤਰਨਤਾਰਨ ਜ਼ਿਲ੍ਹੇ ਦੇ ਸਾਰੇ ਜੀਓ ਜੀ ਜਿਹੜੇ ਆ ਇਕੱਠੇ ਹੋ ਕੇ ਆਪਣਾ ਧਰਨਾ ਪ੍ਰਦਰਸ਼ਨ ਜਾਂ ਰੋਸ ਪ੍ਰਦਰਸ਼ਨ ਜੋ ਵੀ ਇਹਨਾਂ ਦੀਆਂ ਮੰਗਾਂ ਹੈਗੀਆਂ ਇਹ ਲਾ ਕੇ ਅੱਜ ਜਾ ਰਹੇ। ਅੱਜ ਗੱਲਬਾਤ ਕਰਾਂਗੇ ਜਿਹੜੇ ਜੀਓ ਜੀ ਤੇ ਇਕੱਠੇ ਹੋਏ ਨੇ ਉਹ ਕੀ ਕਹਿਣਾ ਚਾਹੁੰਦੇ ਹੈਗੇ। ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ ਤੁਸੀਂ? ਜੀਓ ਜੀ ਪੁਰਾਣੀ ਸੇਵਾ 2017 ਸੇਵਾ ਨਿਭਾ ਰਹੇ ਹੋ, ਤੇ ਕੱਲ੍ਹ ਬਿਆਨ ਆਇਆ ਵਾ ਭਗਵੰਤ ਮਾਨ ਜੀ ਦਾ ਵੀ ਇਹ ਜੀਓ ਸੇਵਾਵਾਂ ਖਤਮ ਕੀਤੀਆਂ ਜਾ ਰਹੀਆਂ, ਕਿਵੇਂ ਦੇਖਦੇ ਹੋ ਜੀ? ਜਦੋਂ मैं हरजीत सिंह गगोबूआ 2016 ਦੇ ਵਿੱਚ ਜਦੋਂ ਕੈਪਟਨ ਸਾਹਿਬ ਨੇ ਇਹ ਸੰਸਥਾ ਚਲਾਈ ਸੀ, 17 ਦੇ ਵਿੱਚ ਕੰਪਲੀਟ ਭਰਤੀ ਹੋਈ ਸੀ ਜੀਓ ਜੀ ਦੀ। ਜੀਓ ਜੀ ਦੀ ਭਰਤੀ ਇਸੇ ਕਰਕੇ ਕੀਤੀ ਗਈ ਸੀ ਸਰਕਾਰ ਦੇ ਅੱਖ ਤੇ ਕੰਨ ਦਾ ਕੰਮ ਕਰਨ ਵਾਸਤੇ, ਕਿ ਜੋ ਪਿੰਡਾਂ ਦੇ ਵਿੱਚ ਗਰੀਬ ਵਰਗ ਹੈ ਜਾਂ ਲਾਸਟ ਲਾਈਨ ਤੇ ਖੜਾ ਹੈ, ਜਿਹਦੇ ਸੁਣਾਈ ਨਹੀਂ ਸੀ ਹੋ ਰਹੀ, ਇੱਕ ਜੀਓ ਜੀ ਸੰਸਥਾ ਐਸੀ ਸੀ ਜਿਹਨੇ ਘਰ ਘਰ ਜਾ ਕੇ ਸਰਕਾਰ ਦੀਆਂ ਪਾਲਿਸੀਆਂ, ਸਰਕਾਰ ਵੱਲੋਂ ਜਿੰਨੇ ਵੀ ਲਾਭ ਮਿਲਣੇ ਚਾਹੀਦੇ ਸੀ, ਜਿਹੜੇ ਘਰ ਘਰ ਨਹੀਂ ਸੀ ਪਹੁੰਚਦੇ, ਉਹ ਪਹੁੰਚਾਏ ਗਏ ਹੈ। ਹੁਣ ਕੀ ਹੋਇਆ, 2000 ਜਦੋਂ ਆ ਇਲੈਕਸ਼ਨ ਦੁਬਾਰਾ ਇਹ ਹੋਈ ਹੈ, ਆਮ ਪਾਰਟੀ ਦੀ ਸਰਕਾਰ ਬਣੀ ਹੈ। ਇਹਨਾਂ ਸਰਕਾਰ ਬਣਨ ਤੋਂ ਪਹਿਲਾਂ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਇਹ ਜੀਓ ਜੀ ਸੰਸਥਾ ਜਿਹੜੀ ਹੈ ਇਹਨੂੰ ਕਾਇਮ ਰੱਖਿਆ ਜਾਊਗਾ, ਰੈਗੂਲਰ ਕੀਤੇ ਜਾਣਗੇ। ਔਰ ਜਿੰਨੇ ਵੀ ਸਾਡੇ ਐਕਸਮੈਨ ਜਾਂ ਜੀਓ ਜੀ ਸਾਹਿਬਾਨ ਜਿੰਨੇ ਵੀ ਸੀਗੇ, ਇਹਨਾਂ ਨੇ ਮਿਹਨਤ ਕਰਕੇ ਰਾਤ ਦਿਨ ਕਰਕੇ ਇਹ ਸਰਕਾਰ ਬਦਲਾਅ ਦੇ ਵਿੱਚ ਲਿਆ ਕੇ ਤੇ ਸਰਕਾਰ ਬਣਾਈ ਆਮ ਪਾਰਟੀ ਦੀ। ਹੁਣ ਇਹ ਸਰਕਾਰ ਇਸ ਵਾਅਦੇ ਤੋਂ ਭੱਜਦੀ ਹੈ, ਮੁਕਰਦੀ ਹੈ। ਭਗਵੰਤ ਮਾਨ ਜੀ ਨੇ ਕੱਲ੍ਹ ਪਰਸੋਂ ਐਲਾਨ ਕਰ ਦਿੱਤਾ ਕਿ ਜੀਓ ਜੀ ਦੀ ਜਿਹੜੀ ਸੇਵਾ ਇਹ ਬੰਦ ਕੀਤੀ ਜਾਊਗੀ। ਸਭ ਤੋਂ ਪਹਿਲਾਂ ਤਾਂ ਇਹ ਆ ਵੀ ਜਿਹੜੀ ਇਹ ਸੇਵਾ ਰੈਗੂਲਰ ਚੱਲ ਰਹੀ ਸੀ, ਇਹਨੂੰ ਬੰਦ ਕਰਨ ਤੋਂ ਪਹਿਲਾਂ ਸਾਨੂੰ ਨੋਟਿਸ ਜਾਰੀ ਹੋਣਾ ਚਾਹੀਦਾ ਸੀ, ਜੋ ਕਿ ਇਸ ਗੌਰਮੈਂਟ ਨੇ ਨਹੀਂ ਕੀਤਾ। ਔਰ ਉਲਟਾ ਇਹ ਕਹਿ ਰਹੇ ਕਿ ਸਾਨੂੰ ਇਹਨਾਂ ਦੀ ਜ਼ਰੂਰਤ ਨਹੀਂ ਹੈ। ਜ਼ਰੂਰਤ ਕਿਉਂ ਨਹੀਂ ਹੈ? ਕਿਉਂਕਿ ਮਹਿਕਮੇ ਸਾਰੇ ਭੁੱਖੇ ਬੈਠੇ ਆ। ਜੀਓ ਜੀ ਜਦੋਂ ਦੇ ਲੱਗੇ ਮਹਿਕਮਿਆਂ ਦਾ ਖਾਣਾ ਪੀਣਾ ਬੰਦ ਹੋਇਆ। ਹੁਣ ਇਹ ਸਰਕਾਰ ਚੋਰ ਮੋਰੀ ਵਹਿੰਦੀ ਆ ਵੀ ਕਿੱਧਰ ਦੀ ਅਸੀਂ ਹੱਥ ਪਾ ਸਕਦੇ ਹਾਂ, ਕਿਸ ਤਰੀਕੇ ਦੇ ਨਾਲ ਅਸੀਂ ਖਾ ਸਕਦੇ ਹਾਂ। ਔਰ ਜੇ ਮੋਰੀ ਦੇ ਵਿੱਚ ਧਿਆਨ ਮਾਰਦੇ ਉੱਥੇ ਗਾੜੀ ਜੀਓ ਜੀ ਖੜਾ ਹੁੰਦਾ। ਇਸ ਕਰਕੇ ਇਹਨਾਂ ਦਾ ਇਹ ਖਾਣ ਵਾਲਾ ਜਿਹੜਾ ਢੰਗ ਸੀ ਇਹ ਬਿਲਕੁਲ ਖਤਮ ਹੋਇਆ। ਇਹਨਾਂ ਸੋਚਿਆ ਕਿ ਕਿਉਂ ਨਾ ਇਹ ਜਿਹੜੇ ਰਾਹ ਦੇ ਵਿੱਚ ਰੋੜਾ ਬਣੇ ਆ ਜੀਓ ਜੀ ਸਾਹਿਬਾਨ, ਇਹਨਾਂ ਨੂੰ ਹਟਾਇਆ ਜਾਵੇ। ਇਹਨਾਂ ਇਸ ਕਰਕੇ ਤੁਰੰਤ ਫੈਸਲਾ ਲੈ ਕੇ ਜਿਹੜੇ ਜੀਓ ਜੀ ਸੰਸਥਾ ਇਹਨੂੰ ਭੰਗ ਕੀਤਾ, ਜਿਹੜੀ ਕਿ ਬਹੁਤ ਹੀ ਨਿੰਦਣਯੋਗ ਗੱਲ ਹੈ। ਇਹਨਾਂ ਨੂੰ ਇਹ ਫੈਸਲਾ ਲੈਣ ਤੋਂ ਪਹਿਲਾਂ ਸਾਨੂੰ ਨੋਟਿਸ ਜਾਰੀ ਕਰਨਾ ਚਾਹੀਦਾ ਸੀ। ਸਾਡੇ ਅਫਸਰ ਸਾਹਿਬਾਨ ਹੀ, ਸੁਪਰਵਾਈਜ਼ਰ ਵਗੈਰਾ ਜਿੰਨੇ ਵੀ ਸੀ, ਸਾਰਿਆਂ ਨੂੰ ਪਹਿਲਾਂ ਇੱਕ ਮੀਟਿੰਗ ਸੱਦੀ ਜਾਂਦੀ। ਮੀਟਿੰਗ ਸੱਦਣ ਤੋਂ ਬਾਅਦ ਉਹਨਾਂ ਦਾ ਫੈਸਲਾ ਲੈ ਕੇ ਫਿਰ ਇਹਨਾਂ ਨੂੰ ਕੋਈ ਫੈਸਲਾ ਕਰਨਾ ਚਾਹੀਦਾ ਸੀ। ਇਹ ਜੋ ਇਹਨਾਂ ਨੇ ਫੈਸਲਾ ਕੀਤਾ ਬਹੁਤ ਮੰਦਭਾਗਾ ਫੈਸਲਾ ਕੀਤਾ। ਅਸੀਂ ਗੌਰਮੈਂਟ ਤੋਂ ਇਹ ਚਾਹੁੰਦੇ ਹਾਂ ਕਿ ਇਹ ਜਿਹੜੀ ਜੀਓ ਜੀ ਸੇਵਾ ਇਹਨੂੰ ਵਾਪਸ ਬਹਾਲ ਕੀਤਾ ਜਾਵੇ, ਤਾਂ ਕਿ ਗਰੀਬਾਂ ਤੱਕ ਉਹਨਾਂ ਦੀ ਜਿਹੜੀ ਸਹਾਇਤਾ ਬਣਦੀ ਹੈ, ਜੋ ਉਹਨਾਂ ਨੂੰ ਲਾਭ ਮਿਲਣਾ ਚਾਹੀਦਾ, ਜਿਹੇ ਕਿਸੇ ਵੀ ਸਕੀਮ ਦਾ ਉਹਨਾਂ ਤੱਕ ਪਹੁੰਚਦਾ ਹੋ ਸਕੇ। ਕਿਉਂ ਇੱਕ ਜੀਓ ਜੀ ਹੀ ਇੱਕ ਐਸੀ ਸੰਸਥਾ ਹੈ ਕਿ ਜਿਹੜੇ ਅੰਦਰ ਧੜਕ ਹੋ ਗਏ, ਕਿਉਂਕਿ ਪਹਿਲਾਂ ਇਹਨਾਂ ਦੇਸ਼ ਦੀ ਸੇਵਾ ਕੀਤੀ, ਹੁਣ ਉਹ ਪੰਜਾਬ ਦੇ ਵਿੱਚ ਲੋਕਾਂ ਦੀ ਸੇਵਾ ਦੇ ਵਿੱਚ ਰੁੱਝੇ ਆ। ਇੱਕ ਸਿਰਫ ਅਸੀਂ 10-11 ਹਜ਼ਾਰ ਦੇ ਮਾਣ ਭੱਤੇ 'ਤੇ ਕੰਮ ਨਹੀਂ ਕਰਦੇ, ਕਿਉਂਕਿ ਉਸ ਤੋਂ ਜ਼ਿਆਦਾ ਤਾਂ ਅਸੀਂ ਖੁਦ ਖਰਚਾ ਕਰ ਦਿੰਦੇ ਹਾਂ, ਗਰੀਬਾਂ ਦੇ ਉੱਤੇ ਖਰਚਾ ਕਰ ਦਿੰਦੇ ਹਾਂ, ਕਿਸੇ ਦੀ ਸਹਾਇਤਾ ਕਰਦੇ ਹਾਂ, ਤੇਲ ਵੀ ਕੋਲੋਂ ਫੂਕਦੇ ਹਾਂ। ਸਿਰਫ ਤੇ ਸਿਰਫ ਅਸੀਂ ਇਹ ਆ ਵੀ ਗੌਰਮੈਂਟ ਦੀਆਂ ਜਿਹੜੀਆਂ ਸਹੂਲਤਾਂ ਗਰੀਬਾਂ ਤੱਕ ਪਹੁੰਚਦੀਆਂ ਹੋਣ, ਹਰੇਕ ਗਰੀਬ ਨੂੰ ਇਸ ਦਾ ਫਾਇਦਾ ਮਿਲ ਸਕੇ। ਇਹ ਕਰਕੇ ਜੀਓ ਜੀ ਜਿਹੜਾ ਅਸੀਂ ਮਨ ਤਨ ਦੇ ਨਾਲ ਆਪਣੀ ਇਹ ਸੇਵਾ ਨਿਭਾ ਰਿਹਾ ਸੀ। ਪਰ ਅੱਜ ਜਿਹੜਾ ਫੈਸਲਾ ਇਹ ਗੌਰਮੈਂਟ ਨੇ ਲਿਆ, ਜਿਹੜੇ ਕਹਿੰਦੇ ਸਾਨੂੰ ਇਹਨਾਂ ਦੀ ਜ਼ਰੂਰਤ ਨਹੀਂ, ਤੇ ਕੋਈ ਗੱਲ ਨਹੀਂ, ਜੇ ਸਾਡੀ ਇਹਨਾਂ ਨੂੰ ਜ਼ਰੂਰਤ ਨਹੀਂ ਤਾਂ 2024 ਦੇ ਵਿੱਚ ਸਾਨੂੰ ਇਹਨਾਂ ਦੀ ਜ਼ਰੂਰਤ ਨਹੀਂ। ਕਿਉਂਕਿ ਹਰੇਕ ਇੱਕ ਫੌਜੀ ਜੋ ਹੈ ਉਹ ਘੱਟ ਤੋਂ ਘੱਟ ਵੀ 10-15 ਵੋਟਾਂ ਦਾ ਮਾਲਕ ਹੈ, ਘਰ ਤੋਂ ਲੈ ਕੇ ਤੁਰਦਾ। ਤੇ ਸਾਡੇ ਦੇ ਇੱਕ ਸਰਵਿਸਮੈਨ ਸੰਸਥਾ ਜਿੰਨੀਆਂ ਵੀ ਹੈਗੀਆਂ ਬਹੁਤ ਹੈ। ਤੇ ਜੇ ਇਹਨਾਂ ਨੂੰ ਸਾਡੀ ਲੋੜ ਨਹੀਂ ਤਾਂ 2024 ਦੇ ਵਿੱਚ ਅਸੀਂ ਵੀ ਸਾਨੂੰ ਵੀ ਇਹਨਾਂ ਦੀ ਲੋੜ ਨਹੀਂ, ਅਸੀਂ ਵੀ ਸਫਾਈ ਕਰ ਦੇਵਾਂਗੇ ਇਹਨਾਂ ਦੀ। ਇਸ ਕਰਕੇ ਸਾਡੀ ਮੰਗ ਇਹ ਹੈ
ਕਿ ਇਸ ਫੈਸਲੇ ਤੇ ਮੁੜ ਵਿਚਾਰ ਕਰੇ ਇਸ ਗਵਰਨਮੈਂਟ ਔਰ ਇਸ ਫੈਸਲੇ ਨੂੰ ਤੁਰੰਤ ਵਾਪਸ ਲਿਆ ਜਾਵੇ। ਇਹ ਕਿੰਨੇ ਜੀਓ ਜੀ ਆਪਣੇ ਤਰਨਤਾਰਨ ਜ਼ਿਲ੍ਹੇ ਨੂੰ ਬਿਲੋਂਗ ਕਰਦੇ ਜਿਹੜੇ ਇਹ ਸੇਵਾ ਨਿਭਾ ਰਹੇ ਨੇ? 270 ਸੌਰੀ 270 ਆ ਜੋ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਕੰਮ ਕਰ ਰਹੇ ਆ ਔਰ ਟੋਟਲ ਪੰਜਾਬ ਦੇ ਅੰਦਰ ਜਿਹੜਾ 4300 ਜੀਓ ਜੀ ਹੈ 4300। ਸਰਕਾਰ ਕਹਿ ਰਹੀ ਹੈ ਵੀ ਇਹ ਸਾਡੇ ਤੇ ਜਿਹੜਾ ਵਾਧੂ ਦਾ ਬੋਝ ਹੈਗਾ ਸੀ, ਇਹ ਬੋਝ ਜਿਹੜਾ ਘਟਾਇਆ ਜਾ ਰਿਹਾ, ਕਿਵੇਂ ਦੇਖਦੇ ਹੋ? ਵੇਖੋ ਜੀ, ਜੇ ਸਾਡੇ 11000 ਦੇ ਨਾਲ ਇਹਨਾਂ ਨੂੰ ਬੋਝ ਲੱਗਦਾ ਤੇ ਫਿਰ ਜਿਹੜੀਆਂ ਫੋਰਚੂਨਰ ਗੱਡੀਆਂ ਤੇ ਨੋਵਾ ਗੱਡੀਆਂ ਉਹ ਕਿਉਂ ਲੈਣ ਡਏ ਆ? ਇਹ ਸਰਕਾਰ ਆਉਣ ਤੋਂ ਪਹਿਲਾਂ ਇਹਨਾਂ ਇਹ ਗੱਲ ਕਹੀ ਸੀ ਕਿ ਅਸੀਂ ਭ੍ਰਿਸ਼ਟਾਚਾਰ ਖਤਮ ਕਰਾਂਗੇ, ਵੀਆਈਪੀ ਕਲਚਰ ਖਤਮ ਕਰਾਂਗੇ, ਉਹਨੂੰ ਤੇ ਇਹ ਬੜਾਵਾ ਦੇ ਰਹੇ ਆ ਤੇ ਸਾਡੇ 11000 ਦੇ ਮਾਣ ਭੱਤੇ ਦੇ ਨਾਲ ਜਦੋਂ ਕਿ 11000 ਤੋਂ ਜ਼ਿਆਦਾ ਹੀ ਖਰਚਾ ਕੋਲੋਂ ਕਰਦੇ ਆ ਤੇ ਸਾਡਾ ਇਹਨਾਂ ਦਾ ਕਾਹਦਾ ਬੋਝ ਹੋਇਆ? ਔਰ ਜਿੰਨੀ ਅਸੀਂ ਇਹਨਾਂ ਦੀ ਕਰਪਸ਼ਨ ਨੂੰ ਰੋਕਿਆ ਜੀਓ ਜੀ ਨੇ, ਔਰ ਉਹਨਾਂ ਕੋਹੇ ਨੇ ਨਹੀਂ, ਕਿਸੇ ਸੰਸਥਾ ਨੇ ਨਹੀਂ ਰੋਕਿਆ ਜਿੰਨਾ ਜੀਓ ਜੀ ਨੇ ਨੱਥ ਪਾਈ ਆ। ਕਿਉਂਕਿ ਸਾਡੇ ਕੋਲੋਂ ਪਿੰਡਾਂ ਦੇ ਵਿੱਚ ਵੇਖੋ ਮਰੇ ਬੰਦੇ ਜਿਹੜੇ 40 ਸਾਲ ਤੋਂ ਬੰਦੇ ਗੁਜ਼ਰੇ ਹੋਏ ਆ, ਦੁਨੀਆ ਛੱਡ ਚੁੱਕੇ, ਉਹਨਾਂ ਦੀਆਂ ਪੈਨਸ਼ਨਾਂ ਜਿਹੜੀਆਂ ਉਹ ਆ ਰਹੀਆਂ। ਏਟੀਐਮ ਲੋਕਾਂ ਨੇ ਬਣਾਏ ਆ, ਖਾਤੇ ਦੇ ਵਿੱਚ ਪੈਸੇ ਆਉਂਦੇ ਆ, ਉਹ ਕਢਾਈ ਜਾਂਦੇ ਆ। ਇਸੇ ਤਰ੍ਹਾਂ ਆਂਗਣਵਾੜੀ ਦਾ ਰਾਸ਼ਨ ਹੈ, ਆਂਗਣਵਾੜੀ ਦਾ ਰਾਸ਼ਨ ਕਦੀ ਕਿਸੇ ਨੇ ਨਹੀਂ ਵੰਡਿਆ। ਜਦੋਂ ਤੇ ਜੀਓ ਜੀ ਲੱਗੇ ਆ, ਜਦੋਂ ਰਾਸ਼ਨ ਆਉਂਦਾ ਉਹ ਜੀਓ ਜੀ ਦੀ ਨਿਗਰਾਨੀ ਦੇ ਹੇਠ ਆਵਾਜ਼ ਮਾਰ ਕੇ ਰਾਸ਼ਨ ਵੰਡਿਆ ਜਾਂਦਾ ਕਿ ਕਿਸੇ ਦਾ ਕੋਈ ਵੀ ਮਤਲਬ ਕਿਸੇ ਦੀ ਚੀਜ਼ ਕੋਈ ਰਹਿ ਨਾ ਜਾਵੇ। ਇਸੇ ਤਰ੍ਹਾਂ ਸਕੂਲਾਂ ਦੇ ਵਿੱਚ ਵੇਖ ਲਓ ਤੁਸੀਂ, ਜਿਹੜੇ ਟੀਚਰ 10 ਵਜੇ ਤੱਕ ਨਹੀਂ ਆਉਂਦੇ, ਹੁਣ ਕਰੈਕਟ 8 ਵਜੇ ਆ ਜਾਂਦੇ ਆ। ਹਸਪੀਟਲਾਂ ਦੇ ਵਿੱਚ ਜਿਹੜੇ ਡਾਕਟਰ ਨਹੀਂ ਆਉਂਦੇ, ਉਹ ਡਾਕਟਰ 8 ਵਜੇ ਤੁਹਾਨੂੰ ਬੈਠੇ ਮਿਲਣਗੇ, ਕਿਉਂਕਿ ਇਹ ਅੱਖ ਤੇ ਨੱਕ ਜਿਹੜਾ ਸੀ ਤੇ ਕੰਨ ਜਿਹੜੇ ਸੀ ਇਹ ਗੌਰਮੈਂਟ ਦਾ ਜਿਹੜੇ ਕੰਮ ਕਰਨੇ ਸੀ ਕੈਪਟਨ ਸਾਹਿਬ ਨੇ ਜਿਹੜੇ ਲਾਏ ਸੀ ਜੀਓ ਜੀ, ਔਰ ਇਹ ਜੀਓ ਜੀਆਂ ਦਾ ਪ੍ਰਭਾਵ ਹੀ ਇੰਨਾ ਹੋ ਗਿਆ ਸੀ ਕਿ ਮਹਿਕਮੇ ਆਟੋਮੈਟਿਕ ਸਾਰੇ ਲਾਈਨ ਤੇ ਚੜ੍ਹ ਗਏ ਸੀ, ਸਾਰਿਆਂ ਦੇ ਕੰਮ ਹੋਣ ਲੱਗ ਪਏ ਸੀ। ਤੁਸੀਂ ਜਾ ਕੇ ਵੇਖੋ ਕਿ ਜਿਹੜੇ ਪੈਨਸ਼ਨ ਦੇ ਵਿਭਾਗ ਦੇ ਵਿੱਚ ਲੋਕ ਲੰਬੀਆਂ ਲਾਈਨਾਂ ਲਾਉਂਦੇ ਸੀ, ਹੁਣ ਜੀਓ ਜੀ ਖੁਦ ਆਪਣੀਆਂ ਗੱਡੀਆਂ ਦੇ ਵਿੱਚ ਬਿਠਾ ਕੇ ਜਿਹੜੇ ਬਜ਼ੁਰਗ ਆ ਜਾਂ ਜਿਨ੍ਹਾਂ ਤੋਂ ਤੁਰਿਆ ਨਹੀਂ ਜਾਂਦਾ, ਕਿਸੇ ਕਿਸਮ ਦਾ ਅੰਗਹੀਨ ਆ, ਆਪਣੀ ਗੱਡੀ ਦੇ ਵਿੱਚ ਬਿਠਾ ਕੇ ਜਾ ਕੇ ਉਹਦੀ ਪੈਨਸ਼ਨ ਲਵਾਉਂਦਾ। ਜਿਹੜੇ ਕੰਮ ਸਰਪੰਚ ਨਹੀਂ ਕਰ ਸਕੇ ਉਹ ਜੀਓ ਜੀਆਂ ਨੇ ਕੀਤੇ ਆ। ਹੁਣ ਤਕਲੀਫ ਇਹਨਾਂ ਨੂੰ ਇਹੀ ਹੈ, ਸਰਪੰਚਾਂ ਨੂੰ ਵੀ ਇਹ ਤਕਲੀਫ ਸੀ ਤੇ ਗੌਰਮੈਂਟ ਨੂੰ ਇਹ ਆ ਵੀ ਸਾਡਾ ਜਿਹੜਾ ਖਾਣਾ ਪੀਣਾ ਉਹ ਇਹ ਜੀਓ ਜੀਆਂ ਨੇ ਬੰਦ ਕੀਤਾ ਹੋਇਆ। ਕੈਪਟਨ ਸਾਹਿਬ ਦੇ ਜਿਹੜੇ ਓਐਸਡੀ ਟੀ.ਐਸ. ਸ਼ੇਰਗਿੱਲ ਸੀ, ਇਹਨਾਂ ਨੇ ਤੁਹਾਨੂੰ ਖੁਸ਼ਹਾਲੀ ਰਾਖੀ ਵੀ ਕਿਹਾ ਗਿਆ ਸੀ, ਕਿਵੇਂ ਦੇ ਦਿਓ ਅੱਜ ਜਿਹੜੀ ਉਹ ਜਿਹੜੇ ਕੈਪਟਨ ਸਰਕਾਰ ਨਹੀਂ ਰਹੀ, ਲੇਕਿਨ ਜਿਹੜੀ ਉਹ ਖੁਸ਼ਹਾਲੀ ਰਾਖੀ ਜਿਹੜੇ ਉਹ ਅੱਜ ਵੀ ਬਰਕਰਾਰ ਨੇ? ਕਿਉਂਕਿ ਜਿਹੜੀ ਫੌਜ ਦੀ ਨੌਕਰੀ ਜਦੋਂ ਕਰਦੇ ਹੋ ਤੁਸੀਂ ਰਿਟਾਇਰ ਹੋ ਕੇ ਆਏ ਹੋ, ਇੱਕ ਬੜਾ ਹੀ ਇੱਕ ਸੇਵਾ ਦਾ ਕੰਮ ਸੀ ਉਹ ਦਿੱਤਾ ਗਿਆ ਸੀ, ਲੇਕਿਨ ਸਰਕਾਰ ਨੇ ਬੰਦ ਕਰਤਾ ਗਿਆ। ਵੇਖੋ ਜੀ, ਫੌਜੀ ਬੰਦਾ ਇੱਕ ਵਧੀਆ ਤੇ ਇਮਾਨਦਾਰ ਸ਼ਖਸੀਅਤ ਪਾਇਆ ਜਾਂਦਾ, ਕਿਉਂਕਿ ਬੜੀ ਇਮਾਨਦਾਰੀ ਦੇ ਨਾਲ ਇਹਨੇ ਪਹਿਲਾਂ ਆਪਣੀ ਡਿਊਟੀ ਕੀਤੀ ਹੁੰਦੀ ਆ ਦੇਸ਼ ਦੀ ਸੇਵਾ ਵਿੱਚ, ਬਾਰਡਰਾਂ ਦੀ ਡਿਊਟੀ ਕਰਕੇ ਆਏ ਆ। ਇਸ ਕਰਕੇ ਕੈਪਟਨ ਸਾਹਿਬ ਨੇ ਸੋਚਿਆ ਸੀਗਾ ਵੀ ਜੇ ਮੈਂ ਆਪਣੀ ਗੌਰਮੈਂਟ ਨੂੰ ਕਾਮਯਾਬ ਕਰਨਾ ਜਾਂ ਗਰੀਬਾਂ ਤੱਕ ਉਹਨਾਂ ਦੀਆਂ ਸਹਾਇਤਾ ਪਹੁੰਚਾਉਣੀਆਂ ਤੇ ਇੱਕ ਸਿਰਫ ਫੌਜੀ ਐਕਸ ਸਰਵਿਸਮੈਨ ਹੀ ਆ ਵੀ ਜਿਹੜਾ ਉਹ ਗਰੀਬਾਂ ਦੀਆਂ ਜਿਹੜੀਆਂ ਸਕੀਮਾਂ ਗਰੀਬਾਂ ਤੱਕ ਪਹੁੰਚਾ ਸਕਦਾ। ਅੱਜ ਬੇਸ਼ੱਕ ਕੈਪਟਨ ਸਾਹਿਬ ਪਾਰਟੀ ਛੱਡ ਕੇ ਚਲੇ ਗਏ ਆ, ਲੇਕਿਨ ਉਹਨਾਂ ਦਾ ਇਹ ਜਿਹੜਾ ਲਾਇਆ ਹੋਇਆ ਬੂਟਾ ਅੱਜ ਵੀ ਪੰਜਾਬ ਨੂੰ ਹਰਿਆ ਭਰਿਆ ਕਰਕੇ ਬੈਠਾ ਹੈ। ਇਸ ਕਰਕੇ ਅਸੀਂ ਕੈਪਟਨ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਵੀ ਜਿਨ੍ਹਾਂ ਨੇ ਸੰਸਥਾ ਚਲਾਈ ਸੀ, ਪਰ ਸੰਸਥਾ ਨੇ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਸਾਡੇ ਸੁਪਰਵਾਈਜ਼ਰ ਸਾਹਿਬਾਨ, ਸਾਡੇ ਤਹਿਸੀਲ ਹੈੱਡ ਸਾਹਿਬਾਨ ਜਾਂ ਸਾਡੇ ਜੋ ਉੱਪਰ ਦੇ ਲੈਵਲ ਦੇ ਚੇਅਰਮੈਨ ਸਾਹਿਬ, ਸਾਰਿਆਂ ਨੇ ਬੜੀ ਵਧੀਆ ਤਰੀਕੇ ਦੇ ਨਾਲ ਥੱਲੇ ਗਾਈਡ ਕਰਕੇ ਖੁਸ਼ਹਾਲੀ ਦੇ ਰਾਖਿਆਂ ਨੂੰ ਨਾਲ ਆਪਣੇ ਜੋੜਿਆ ਹਰੇਕ ਤਰ੍ਹਾਂ। ਜਦੋਂ ਕਿ ਮੇਰੇ ਅੱਗੇ ਪੁਰਾਣੇ ਬੰਦੇ ਸੀ ਜਿਨ੍ਹਾਂ ਨੂੰ ਮੋਬਾਈਲ ਚਲਾਉਣਾ ਨਹੀਂ ਆਉਂਦਾ, ਅੱਜ ਉਹ ਵੀ ਮੋਬਾਈਲ ਚਲਾਉਂਦੇ, ਸਿਰਫ ਇਸ ਕਰਕੇ ਜਿਹੜੀ ਗਰੀਬ ਦੀ ਕੋਈ ਵੀ ਸਹਾਇਤਾ ਵਾ ਉਹ ਕੋਈ ਗਰੀਬ ਵਾਂਝਾ ਨਾ ਰਵੇ ਉਸ ਸਹਾਇਤਾ ਦੇ ਉੱਪਰੋਂ। ਚਾਹੋਗੇ ਅੱਜ ਤੁਸੀਂ ਜਾ ਰਹੇ ਹੋ? ਸਭ ਤੋਂ ਪਹਿਲਾਂ ਤਾਂ ਮੈਂ ਮੀਡੀਆ ਦਾ ਧੰਨਵਾਦ ਕਰਨਾ ਚਾਹੁੰਦਾ ਜੀ, ਅੱਜ ਸਾਡੀ ਆਵਾਜ਼ ਨੂੰ ਦੁਨੀਆ 'ਚ ਪਹੁੰਚਾ ਰਹੇ ਆ। ਉਸ ਤੋਂ ਬਾਅਦ ਮੈਂ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ, ਸਾਰੇ ਜੀਓ ਜੀ ਤਹਿਸੀਲ ਖਡੂਰ ਸਾਹਿਬ ਵੱਲੋਂ ਤੇ ਸਾਰੇ ਜੀਓ ਜੀ ਸਾਹਿਬਾਨਾਂ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਦਾ ਜੀ। ਸਾਡੇ ਜਿਹੜੇ ਭਰਾ ਉਹਨਾਂ ਸ਼ਹੀਦੀਆਂ ਦਿੱਤੀਆਂ ਤੇ ਦੇਸ਼ ਆਜ਼ਾਦ ਕਰਾਇਆ, ਉਹਨਾਂ ਦੇ ਸਿਰ ਤੇ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਬਾਕੀ ਜੋ ਭਗਵੰਤ ਮਾਨ ਸਰਕਾਰ ਨੇ ਫੈਸਲਾ ਲਿਆ ਜੀ, ਬੜਾ ਮੰਦਭਾਗਾ ਫੈਸਲਾ ਹੈ ਜੀ। ਕੁਛ ਸਾਡੇ ਸਤਿਕਾਰਯੋਗ ਫੌਜੀ ਹੋਣ ਦੇ ਨਾਤੇ ਮੈਂ ਸਤਿਕਾਰ ਨਾਲ ਹੀ ਗੱਲ ਕਰੂੰਗਾ ਹਰ ਕਿਸੇ ਬਾਰੇ। ਕੁਛ ਸਾਡੇ ਸਤਿਕਾਰਯੋਗ ਜਿਹੜੇ ਮੰਤਰੀ ਸਾਹਿਬਾਨ ਕਹਿੰਦੇ ਆ ਕਿ ਮੋਟੀਆਂ ਪੈਨਸ਼ਨਾਂ ਲੈ ਰਹੇ ਆ। ਵੇਖੋ, ਪੈਨਸ਼ਨਾਂ ਲੈਣ ਵਾਸਤੇ ਅਸੀਂ ਜ਼ਿੰਦਗੀ ਦਾ ਅਹਿਮ ਹਿੱਸਾ ਇਸ ਦੇਸ਼ ਨੂੰ ਸਮਰਪਿਤ ਕੀਤਾ ਵਾ। ਇੱਥੇ ਕੁਛ ਸਾਡੇ ਵਿੱਚ ਜਿਹੜੇ ਸਾਹਿਬਾਨ, ਕੋਈ ਵੀਰ ਚੱਕਰ ਆ, ਕੋਈ ਪਰਮਵੀਰ ਚੱਕਰ, ਕੋਈ ਸੈਨਾ ਮੈਡਲ ਨਾਲ ਸਨਮਾਨਿਤ ਹੋਏ ਆ। ਇਹਨਾਂ ਨੇ ਆਪਣੇ ਜੀਵਨ ਜਿਹੜਾ ਵਾ ਜ਼ਿੰਦਗੀ ਦਾ ਅਹਿਮ ਹਿੱਸਾ ਬਾਰਡਰਾਂ ਤੇ ਕੱਟਿਆ। ਮਾਈਨਸ ਡਿਗਰੀ ਦੇ ਵਿੱਚ ਅਸੀਂ ਆਪਣਾ ਜ਼ਿੰਦਗੀ ਕੱਟ ਕੇ ਆਏ ਹਾਂ ਜਵਾਨੀ, ਤੇ ਫੇਰ ਜਾ ਕੇ ਸਾਨੂੰ ਕਿਤੇ ਪੈਨਸ਼ਨਾਂ ਲਾਗੂ ਹੋਈਆਂ ਵਾ। ਪੈਨਸ਼ਨ ਲੈਣੀ, ਆਰਮੀ ਦੀ ਪੈਨਸ਼ਨ ਐਡੀ ਸੌਖੀ ਨਹੀਂ ਆ। ਇਹ ਥੋੜ੍ਹਾ ਜਿਹਾ ਬੋਲਣ ਲੱਗੇ ਮੈਂ ਸਰਦਾਰ ਭਗਵੰਤ ਸਿੰਘ ਮਾਨ ਨੂੰ ਬੇਨਤੀ ਕਰਾਂਗਾ ਕਿ ਮੰਤਰੀਆਂ ਨੂੰ ਸਟੱਡੀ ਕਰਵਾਈ ਜਾਵੇ ਥੋੜ੍ਹੀ ਜੀ, ਕਿ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਸੋਚਿਆ ਜਾਵੇ ਕਿ ਅਸੀਂ ਕਿਹਦਾ ਅਪਮਾਨ ਕਰ ਰਹੇ ਹਾਂ। ਸਾਬਕਾ ਸੈਨਿਕ ਦੇਸ਼ ਦੇ ਮੇਨ ਅੰਗ ਹੁੰਦਾ ਵਾ। ਸਾਬਕਾ ਸੈਨਿਕਾਂ ਦੇ ਸਿਰ ਤੇ ਹੀ ਲੋਕ ਜਿਹੜੇ ਆ ਸੁੱਖ ਦੀ ਨੀਂਦ ਸੌਂਦੇ ਆ। ਬਾਕੀ ਜਿਹੜੀ ਜੀਓ ਜੀ ਦੀ ਗੱਲ ਆ, ਜੀਓ ਜੀ ਦੇ ਵਿੱਚ ਅਸੀਂ ਜਿਹੜੀਆਂ ਰਿਪੋਰਟਾਂ ਪਾਈਆਂ ਵਾ
ਉਹ ਬਿਲਕੁਲ ਸਹੀ ਰਿਪੋਰਟਾਂ ਪਾਈਆਂ। ਅੱਜ ਵੀ ਸਾਡੀਆਂ ਰਿਪੋਰਟਾਂ ਕਢਾ ਕੇ ਵੇਖ ਲਓ, ਕਿਉਂਕਿ ਸਾਡੇ ਜਿਹੜੇ ਸੀਨੀਅਰ ਅਧਿਕਾਰੀ ਉਹਨਾਂ ਦੀਆਂ ਹਦਾਇਤਾਂ ਹੀ ਇੰਨੀਆਂ ਸਖਤ ਸੀ ਕਿ ਨਾ ਤਾਂ ਪਾਰਟੀਬਾਜ਼ੀ ਕਰਨੀ ਹੈ ਤੇ ਨਾ ਹੀ ਕਿਸੇ ਨਾਲ ਪੱਖਪਾਤ ਕਰਨਾ ਹੈ। ਅਸੀਂ ਬਿਲਕੁਲ ਐਕੂਰੇਟ ਰਿਪੋਰਟਾਂ ਦਿੱਤੀਆਂ ਵਾ, ਚਾਹੇ ਉਹ ਸਰਕਾਰੀ ਸਕੂਲ ਹੋਣ, ਚਾਹੇ ਆਂਗਣਵਾੜੀ ਸੈਂਟਰ ਹੋਣ, ਚਾਹੇ ਗ੍ਰਾਮ ਪੰਚਾਇਤਾਂ ਬਾਰੇ ਕੋਈ ਰਿਪੋਰਟਾਂ ਹੋਣ, ਸਾਰੀਆਂ ਹੀ ਰਿਪੋਰਟਾਂ ਬਿਲਕੁਲ ਸਹੀ ਦਿੱਤੀਆਂ ਵਾ। ਤੇ ਉਹਦੇ ਸਿਰ ਤੇ ਅਸੀਂ ਸਾਰੇ ਜਿਹੜੇ ਜੀਓਜੀ ਸੰਸਥਾ ਚੱਲ ਰਹੀ ਆ, ਅੱਗੇ ਵੀ ਇਹੋ ਜਿਹੇ ਕੰਮ ਬਹੁਤ ਵਧੀਆ ਕੰਮ ਕੀਤਾ ਵਾ ਤੇ ਕਰਦੇ ਰਵਾਂਗੇ। ਇਹ ਫੈਸਲੇ ਨੂੰ ਵਾਪਸ ਲੈਣਾ ਚਾਹੀਦਾ ਵਾ ਜੀ। ਇਹੋ ਸਾਡੀ ਬੇਨਤੀ ਆ ਕਿ ਸਰਕਾਰ ਨੇ ਸਾਡੀ ਤੋਹੀਨ ਕੀਤੀ ਆ, ਸਾਡੀ ਬੇਇੱਜ਼ਤੀ ਹੋਈ ਆ ਇਸ ਫੈਸਲੇ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਸਾਡੇ ਨਾਲ ਇੱਥੇ ਵੀਰ ਚੱਕਰ ਪ੍ਰਾਪਤ ਵੀ ਨਾਲ ਮੌਜੂਦ ਨੇ, ਗੱਲਬਾਤ ਕਰਾਂਗੇ। ਭਾਜੀ ਕੀ ਕਹਿਣਾ ਚਾਹੋਗੇ? ਤੁਸੀਂ ਲੰਬਾ ਸਮਾਂ ਦੇਸ਼ ਦੀ ਰਾਖੀ ਵੀ ਕੀਤੀ, ਤੁਹਾਨੂੰ ਵੀਰ ਚੱਕਰ ਨਾਲ ਸਨਮਾਨਿਤ ਵੀ ਕੀਤਾ ਗਿਆ ਸਰਕਾਰ ਵੱਲੋਂ, ਲੇਕਿਨ ਅੱਜ ਜੀਓਜੀ ਜਿਹੜੀ ਇਹ ਬੰਦ ਕਰਨ ਦੀ ਜਿਹੜੀ ਐਲਾਨ ਕੀਤਾ ਗਿਆ, ਕਿਵੇਂ ਦੇਖਦੇ ਹੋ ਚੀਜ਼ਾਂ ਨੂੰ? ਮੈਂ ਜੀਓਜੀ ਤੇਜਿੰਦਰ ਸਿੰਘ ਵੀਰ ਚੱਕਰ, ਇਹ ਮੈਨੂੰ ਅਵਾਰਡ ਘਰ ਬੈਠੇ ਨਹੀਂ ਮਿਲਿਆ। ਮੈਨੂੰ ਇਹ ਚਾਈਨਾ ਬਾਰਡਰ ਤੇ ਚਾਈਨਾ ਦੇ ਨਾਲ ਲੜਾਈ ਕਰਕੇ ਮੈਨੂੰ ਇਹ ਅਵਾਰਡ ਮਿਲਿਆ। ਉਸ ਤੋਂ ਬਾਅਦ ਵਿੱਚ ਮੈਨੂੰ ਜੀਓ ਦੇ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ ਰਿਟਾਇਰਮੈਂਟ ਤੋਂ ਬਾਅਦ। ਤੇ ਜੀਓਜੀ ਦੇ ਵਿੱਚ ਮੈਂ ਇਸ ਕਰਕੇ ਆਇਆ ਕਿਉਂਕਿ ਮੈਨੂੰ ਜੀਓਜੀ ਦੀ ਇਹ ਜਿਹੜੀ ਨੌਕਰੀ ਮੰਨ ਲਓ, ਪਰ ਇਹ ਸੇਵਾ ਨੌਕਰੀ ਨਹੀਂ, ਇਹ ਸੇਵਾ ਹੈ। ਜਿੱਦਾਂ ਆਪਾਂ ਦੇਸ਼ ਦੀ ਸੇਵਾ ਕੀਤੀ ਉਹ ਤੇ ਆਪਾਂ ਚਲੋ ਆਪਾਂ ਢਿੱਡ ਵਾਸਤੇ ਆਪਾਂ ਸੇਵਾ ਕੀਤੀ, ਇਹ ਸਿਰਫ ਜਿਹੜੀ ਆਪਾਂ ਸੇਵਾ ਆਪਣੇ ਇਲਾਕਾ ਆਪਣੇ ਪਿੰਡ ਵਾਸਤੇ ਮੈਂ ਸੇਵਾ ਨੂੰ ਸੰਭਾਲਿਆ ਸੀ। ਹਾਲਾਂਕਿ ਇਹਦੀ ਬੇਸ਼ੱਕ ਤਨਖਾਹ ਬਹੁਤ ਘੱਟ ਹੈ ਮੈਨੂੰ, ਪਰ ਤਨਖਾਹ ਦੇ ਨਾਲ ਮਤਲਬ ਨਹੀਂ ਆ ਮੈਨੂੰ। ਰੱਬ ਨੇ ਚਲੋ ਬਹੁਤ ਵਧੀਆ ਤਨਖਾਹ ਮਿਲ ਰਹੀ ਆ, ਪਰ ਇਹ ਜੀਓਜੀ ਮੈਨੂੰ ਮੈਂ ਸੋਚਿਆ ਕਿ ਆਪਣੇ ਪਿੰਡ ਦੀ ਸੇਵਾ ਕਰੂੰਗਾ, ਕਿਉਂਕਿ ਉਹ ਇਹਦਾ ਕੋਈ ਆਪਣੇ ਕੋਲ ਤੈਨੂੰ ਕੋਈ ਲਾਇਸੈਂਸ ਚਾਹੀਦਾ, ਕਿਸੇ ਨਾ ਕਿਸੇ ਚੀਜ਼ ਦਾ ਲਾਇਸੈਂਸ ਚਾਹੀਦਾ। ਉਹ ਤਾਂ ਨਹੀਂ ਪਿੰਡ ਵਾਲੇ ਪੁੱਛਦੇ ਤੂੰ ਕੀ ਕਰਨਾ ਇੱਥੇ ਆ ਕੇ, ਤਾਂ ਮੈਂ ਸਿਰਫ ਇੱਕ ਲਾਇਸੈਂਸ ਕਰਕੇ ਆਪਣੇ ਪਿੰਡ ਦੀ ਸੇਵਾ ਕਰਨ ਕਰਕੇ ਜਾਂ ਆਪਣੇ ਇਲਾਕੇ ਦੀ ਸੇਵਾ ਕਰਨ ਕਰਕੇ ਮੈਂ ਜੀਓਜੀ ਦੇ ਵਿੱਚ ਆਇਆ। ਬਾਕੀ ਜਿਹੜਾ ਆਮ ਪਾਰਟੀ ਸਰਕਾਰ ਨੇ ਜਿਹੜਾ ਕੰਮ ਬਹੁਤ ਗਲਤ ਕੀਤਾ ਆ, ਅਤੇ ਅਸੀਂ ਇਹ ਚਾਹੁੰਦੇ ਕਿ ਸਾਨੂੰ ਦੁਬਾਰਾ ਤੋਂ ਇਹ ਚੀਜ਼ ਦਾ ਦੁਬਾਰਾ ਤੋਂ ਇਹ ਸਰਵਿਸ ਨੂੰ ਬਹਾਲ ਕੀਤਾ ਜਾਵੇ, ਅਤੇ ਅਸੀਂ ਜਿੱਦਾਂ ਪਹਿਲਾਂ ਜੀਓਜੀ ਦੀ ਸੇਵਾ ਚੱਲ ਰਹੀ ਹੈ ਉੱਦਾਂ ਹੀ ਅਸੀਂ ਸਾਰਾ ਕੰਮ ਕਰੀਏ, ਸਾਰੇ ਇਕੱਠੇ ਹੋ ਕੇ ਕੰਮ ਕਰੀਏ। ਅੱਜ ਕੀ ਕਹਿਣਾ ਚਾਹੋਗੇ? ਸਰਕਾਰ ਕਹਿੰਦੀ ਆ ਵੀ ਜਿਹੜਾ ਜੀਓਜੀ ਜਿਹੜੇ ਆਪਾਂ ਬੁਲਾਏ ਆ, ਇਹਨਾਂ ਦਾ ਜਿਹੜਾ ਬੋਝ ਜਿਹੜਾ ਪੈ ਰਿਹਾ ਵਾ ਸਰਕਾਰ ਉੱਪਰ ਬਜਟ ਆਪਣੇ ਦੇ, ਤੁਸੀਂ ਕਿਵੇਂ ਦੇਖਦੇ ਹੋ ਚੀਜ਼ਾਂ ਨੂੰ? ਮੈਂ ਕੈਪਟਨ ਸਰਵਨ ਸਿੰਘ ਪਿੰਡ ਕਾਜੀਕੋਟ ਬਤੌਰ ਜੀਓਜੀ ਦੇ ਵਿੱਚ ਕੰਮ ਕਰ ਰਿਹਾ ਸੀ, ਲੇਕਿਨ ਬੋਝ ਦੀ ਜੇ ਅਗਰ ਗੱਲ ਕਰੀਏ ਤੇ 11,000 ਰੁਪਇਆ ਜਿਹੜਾ ਸਾਨੂੰ ਸਨਮਾਨ ਭੱਤਾ ਮਿਲ ਰਿਹਾ, ਇਹਦੇ ਵਿੱਚੋਂ 4-5 ਹਜ਼ਾਰ ਦਾ ਅਸੀਂ ਪੈਟਰੋਲ ਫੂਕ ਕੇ ਆਪਣੀਆਂ ਗੱਡੀਆਂ ਤੇ ਖੁਦ ਗਰੀਬਾਂ ਨੂੰ ਲਿਜਾ ਕੇ ਉਹਨਾਂ ਦੀ ਸੇਵਾ ਦਿਵਾਉਂਦੇ ਸੀ। ਕੁਝ ਸਾਡਾ ਬਾਹਰ ਖਰਚਾ ਹੋ ਜਾਂਦਾ ਸੀ, ਕਿ ਰੋਟੀ ਪਾਣੀ ਬਾਹਰ ਕਦੀ ਖਾਣਾ ਪੈਂਦਾ ਸੀ। ਇਹ ਜਿਹੜੀ ਭਾਰ ਕਹਿੰਦੇ ਗੌਰਮੈਂਟ, ਇਹਦੇ ਵਿੱਚੋਂ ਅਗਰ ਕੁਝ ਅਸੀਂ ਫਾਇਦੇ ਦੇ ਕੰਮ ਕੀਤੇ ਆ ਤੇ ਉਹਦੇ ਵਿੱਚ ਕੋਈ ਭਾਰ ਨਹੀਂ ਹੈ ਗੌਰਮੈਂਟ ਦਾ। ਸਿਰਫ ਅਸੀਂ ਆਪਣੇ ਇਹਨਾਂ ਦੀ ਗੌਰਮੈਂਟ ਦਾ ਬਚਾਅ ਕਰਨ ਵਾਸਤੇ ਕਿੰਨੇ ਕੰਮ ਰੋਕੇ ਆ ਜਿਹੜੇ ਕਿ ਗਲਤ ਕੰਮ ਹੁੰਦੇ ਸੀ, ਉਹਨਾਂ ਦੀ ਬਦੌਲਤ ਹੀ ਜੀਓਜੀ ਜਿਹੜੀ ਅੱਜ ਤੱਕ ਅਜੇ ਟਿਕੀ ਸੀ। ਲੇਕਿਨ ਇਹ ਜਿਹੜਾ ਇਹਨਾਂ ਦਾ ਤਰੀਕਾ ਬੰਦ ਕਰਨ ਦਾ ਉਹ ਬਹੁਤ ਗਲਤ ਆ। ਕਿਉਂ ਇਹ ਇਹਨਾਂ ਕਿਹਾ ਵੀ ਆਪਣੇ ਕਾਮਯਾਬ ਦੇ ਵਿੱਚ ਮਕਸਦ ਕਾਮਯਾਬ ਨਹੀਂ ਰਹੇ। ਸਾਡੀਆਂ ਰਿਪੋਰਟਾਂ ਦੇ ਹਿਸਾਬ ਨਾਲ ਅਗਰ ਕਢਾ ਕੇ ਵੇਖਿਆ ਜਾਣ ਤੇ ਪੂਰੇ ਜੀਓਜੀ ਨੇ ਪੂਰੇ ਪਿੰਡਾਂ ਦੇ ਬਾਰੇ ਇੱਕ ਰਿਪੋਰਟ ਜਿਹੜੀ ਪਾਈ ਬਿਲਕੁਲ ਸਹੀ ਪਾਈ ਆ। ਅਗਰ ਕੰਮ ਨਹੀਂ ਕੀਤਾ ਤੇ ਪ੍ਰਸ਼ਾਸਨ ਨੇ ਜਾਂ ਸਰਕਾਰ ਨੇ ਨਹੀਂ ਕੀਤਾ, ਬਾਕੀ ਸਾਰਾ ਕੰਮ ਜਿਹੜਾ ਜੀਓ ਨੇ ਆਪਣੀ ਡਿਊਟੀਆਂ ਬਿਲਕੁਲ ਸਹੀ ਕੀਤੀਆਂ ਵਾ। ਤੇ ਜਿਹੜਾ ਬੋਝ ਦੱਸਦੇ ਸਰਕਾਰ ਇਹਨਾਂ ਦੇ ਬਾਕੀਆਂ ਦੇ, ਮੇਰੇ ਖਿਆਲ ਨਾਲ ਇਹਨਾਂ ਦੇ ਜਿਹੜੇ ਤਨਖਾਹਾਂ ਤੋਂ ਇਲਾਵਾ ਜਿਹੜੇ ਇਹਨਾਂ ਨੂੰ ਫੈਸਿਲਿਟੀਆਂ ਮਿਲਦੀਆਂ ਵਾ, ਹਾਊਸ ਲੋਨ, ਰੈਂਟ, ਫੋਨ ਕਰਨ ਦੇ ਰੈਂਟ ਮਿਲਦਾ ਜਾਂ ਇਹਨਾਂ ਨੂੰ ਭੱਤੇ ਮਿਲਦਾ ਆ, ਉਹਨਾਂ ਤੋਂ ਪਤਾ ਨਹੀਂ ਕਿੰਨੇ ਗੁਣਾ ਜ਼ਿਆਦਾ ਲੈ ਰਿਹਾ ਹੈ। ਸਾਡੇ ਕੋਈ ਇਹ ਬੋਝ ਗੌਰਮੈਂਟ ਦਾ ਨਹੀਂ ਹੈ, ਉਦੋਂ ਜ਼ਿਆਦਾ ਹੀ 3 ਗੁਣਾ 4 ਗੁਣਾ ਜ਼ਿਆਦਾ ਕੰਮ ਕਰਨ ਦੇ ਆਪਣੀ ਤਨਖਾਹ ਤੋਂ। ਤੇ ਇਹ ਜਿਹੜਾ ਤਰੀਕਾ ਇਹਨਾਂ ਦਾ ਅਪਣਾਇਆ ਬਹੁਤ ਗਲਤ ਅਪਣਾਇਆ। ਅਸੀਂ ਚਾਹੁੰਦੇ ਹਾਂ ਜੀਓਜੀ ਸਾਰੇ ਕਿ ਇਹ ਜਿਹੜਾ ਵਾਪਸ ਲਿਆ ਜਾਵੇ ਫੈਸਲਾ, ਔਰ ਜੀਓਜੀ ਨੂੰ ਬਹਾਲ ਕਰਕੇ ਦੇਸ਼ ਦੀ ਔਰ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ। ਕੀ ਲੱਗਦਾ ਸਰਕਾਰ ਜਿਹੜੀ ਜੀਓਜੀ ਬੰਦ ਕਰਦੀ ਪਈ ਆ, ਜਿਹੜੇ ਆਪਦੇ ਸਰਪੰਚ ਜਾਂ ਜਿਹੜੇ ਆਪਣੇ ਨੁਮਾਇੰਦੇ ਆ ਉਹਨਾਂ ਨੂੰ ਗੱਫੇ ਦਿਵਾਉਣ ਤੇ ਜਾਂ ਉਹਨਾਂ ਦੀਆਂ ਚੋਰ ਮੁਰੀਆਂ ਨੂੰ ਚਾਲੂ ਕਰਨ ਵਾਸਤੇ ਕੀਤੇ ਜਾ ਰਹੇ? ਕਿਉਂਕਿ ਪਹਿਲਾਂ ਜਦੋਂ ਜੀਓਜੀ ਲੱਗੇ ਸੀ ਕਾਫੀ ਅਸਰ ਪਿਆ ਸੀ, ਕਰਪਸ਼ਨ ਬੰਦ ਹੋਈ ਸੀ, ਜਿਹੜੇ ਪੰਚਾਇਤਾਂ ਵੱਲੋਂ ਘਪਲੇ ਕੀਤੇ ਉਹ ਉਜਾਗਰ ਕੀਤੇ ਗਏ ਸੀ। ਕਿ ਲੱਗਦਾ ਵਾ ਸਰਕਾਰਾਂ ਉਹਨਾਂ ਨੂੰ ਹੁਣ ਗੱਫੇ ਦਿਵਾਉਣਾ ਚਾਹੁੰਦੀ ਆ? ਇਹ ਮੇਰੇ ਹਿਸਾਬ ਨਾਲ ਬਿਲਕੁਲ ਸਹੀ ਬੋਲਿਆ ਤੁਸੀਂ, ਕਿਉਂਕਿ ਆ ਰਾਤ ਕੱਲ੍ਹ ਦੀ ਖਬਰਾਂ ਚੱਲਣ ਰਹੀ ਆ, ਸਰਵਣ ਸਿੰਘ ਧੁੰਨ ਜੋ ਖੇਮਕਰਨ ਸਾਈਡ ਤੇ ਆ, ਇਹਦਾ ਖਾਸ ਰਿਲੇਟਿਵ ਬੰਦਾ ਜਿਹਦੇ ਕੋਲ ਵਿੱਚੋਂ ਨਸ਼ਾ ਫੜਿਆ ਗਿਆ ਜਿਹਦੇ ਕੋਲੋਂ, ਔਰ BSF ਨੇ ਫੜਿਆ ਵਾ। ਇਹ ਮੈਂ YouTube ਤੇ ਵੇਖਿਆ। ਇਹ ਚੋਰ ਮੋਰੀਆਂ ਲੱਭਣ ਦੀ ਕਰਕੇ ਜਾਂ ਆਪਣੇ ਗੱਫੇ ਖਵਾਉਣ ਵਾਸਤੇ ਹੀ ਜੀਓਜੀ ਨੂੰ ਸਾਈਡ ਤੇ ਕਰ ਰਹੇ ਆ। ਇੱਕ ਫੌਜਾ ਸਿੰਘ ਸਰਾੜੀ ਦੀ ਆਡੀਓ ਵਾਇਰਲ ਹੋ ਰਹੀ, ਜਿਹਦੇ ਵਿੱਚ ਇੱਕ ਸੈਟਿੰਗ ਦੀ ਗੱਲ ਕੀਤੀ ਜਾ ਰਹੀ, ਕਿਵੇਂ ਦੇ ਦਿਓ ਚੀਜ਼ਾਂ? ਸਭ ਤੋਂ ਪਹਿਲਾਂ ਮੈਂ ਸਰਦਾਰ ਸੁਖਵਿੰਦਰ ਸਿੰਘ ਜੀਓਜੀ ਪਿੰਡ ਕਿਰਤਵਾਲ ਤੋਂ, ਬਲਾਕ ਪੱਟੀ ਤੋਂ। ਸਭ ਤੋਂ ਪਹਿਲਾਂ ਬੇਨਤੀ ਇਹ ਆ ਕਿ ਅਫਸੋਸ ਇਸ ਗੱਲ ਦਾ ਕਿ ਸਰਕਾਰਾਂ ਬਣਾਈਆਂ ਜਾਂਦੀਆਂ ਵਾ ਲੋਕਾਂ ਦੇ ਆਪਣੇ ਵੈਲਫੇਅਰ ਵਾਸਤੇ ਤੇ ਲੋਕਾਂ ਦੀ ਸੁਣਵਾਈ ਕਰਨ ਵਾਸਤੇ। ਇਹ ਜਦੋਂ ਸਰਕਾਰ ਆਈ ਸੀ ਇਹਦੇ ਵਿੱਚ
ਬਹੁਤਾ ਜ਼ਿਆਦਾ ਇੱਕ ਇਨਸਾਫ ਦੀ ਆਵਾਜ਼ ਸੀ ਤੇ ਜਿਹੜਾ ਫੌਜੀ ਬੰਦਾ ਹੁੰਦਾ ਕੋਈ ਵੀ ਜਿਹਨੇ ਡਿਫੈਂਸ ਦੀ ਨੌਕਰੀ ਕੀਤੀ ਆ ਉਹ ਬੜਾ ਸਾਫ਼ ਸੁਥਰਾ ਆਪਣੇ ਵਿੱਚ ਉਹਦਾ ਪੂਰਾ ਡੀਐਨਏ ਹੁੰਦਾ ਤੇ ਲੋਕਾਂ ਨੇ ਕੈਪਟਨ ਨੇ ਜ਼ਰੂਰ ਨਿਯੁਕਤ ਕੀਤੇ ਸੀ। ਪਰ ਮੈਂ ਇਹ ਦਾਅਵਾ ਕਰਦਾ ਕਿ ਸਾਡੇ ਵਿੱਚੋਂ 70% ਲੋਕਾਂ ਨੇ ਵੋਟਿੰਗ ਕੀਤੀ ਆਮ ਆਦਮੀ ਨੂੰ, ਕਿਉਂਕਿ ਇਹਨਾਂ ਪਾਰਟੀ ਨੇ ਬਹੁਤ ਵੱਡੇ ਸੁਪਨੇ ਦਿਖਾਏ ਸੀ। ਉਹਨਾਂ ਸੁਪਨਿਆਂ ਨੂੰ ਦੇਖ ਕੇ ਕਿਸੇ ਬੰਦੇ ਨੇ ਇਹ ਨਹੀਂ ਕਿਹਾ ਵੀ ਕੈਪਟਨ ਅਮਰਿੰਦਰ ਸਿੰਘ ਨੇ ਜੀਓਜੀ ਖੜੀ ਕੀਤੀ ਆ ਤੇ ਅਸੀਂ ਜੀਓਜੀ ਤੌਰ ਤੇ ਉਹਨਾਂ ਨੂੰ ਵੋਟਾਂ ਪਾਉਣੀਆਂ। ਹੁਣ ਦੇਖੋ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਜੀਓਜੀ ਖੜੀ ਕੀਤੀ ਆ ਇਹਦਾ ਪਿੱਛੇ ਇਤਿਹਾਸ ਵੇਖੋ ਕੀ ਆ। ਅੱਜ ਜੇ ਫੌਜੀਆਂ ਦੀ ਸ਼ਾਨ ਆ ਤੇ ਇਹ ਬਿਲਕੁਲ ਸਾਬਤ ਕਰਤਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਆਇਆ ਸੀ ਉਹਨੇ ਪੂਰੇ ਪੰਜਾਬ ਦੇ ਵਿੱਚ ਕਨੈਕਸ਼ਨ ਦਿੱਤੇ ਸੀ। ਅੱਜ ਉਹ ਦੇਣ ਆ ਫ੍ਰੀ ਆਫ ਕਾਸਟ ਪੂਰੇ ਪੰਜਾਬ 'ਚ। ਉਹ ਸਕੀਮ ਪੂਰੇ 5 ਸਾਲ ਨਹੀਂ ਚੱਲੀ, ਉਹ ਅੱਗੇ ਵੀ ਚੱਲੀ। ਉਸ ਤੋਂ ਬਾਅਦ ਦੇ ਵਿੱਚ ਭਗਵੰਤ ਮਾਨ ਸਾਨੂੰ ਇਹ ਦੱਸੇ ਵੀ ਜਿਹੜੇ ਜੀਓਜੀ ਰੱਖੇ ਗਏ ਆ ਇਹਨਾਂ ਦਾ ਬੋਝ 72 ਕਰੋੜ ਰੁਪਈਆ ਕਹਿ ਰਿਹਾ ਉਹ ਵੀ 72 ਕਰੋੜ ਰੁਪਈਆ ਇਹਨਾਂ ਦਾ ਬੋਝ ਆ। ਮਨਰੇਗਾ ਦੀ ਦਿਹਾੜੀ 250-300 ਰੁਪਈਆ ਵਾ। ਅਸੀਂ ਇਹਨਾਂ ਦੇ ਉੱਤੇ ਬੋਝ ਨਹੀਂ ਸਾਂ, ਅਸੀਂ ਪਰਸਨਲ ਕੋਲੋਂ ਚਾਰਜ ਕਰਦੇ ਹਾਂ। ਅਫਸੋਸ ਇਹ ਹੋਇਆ ਕਿ ਸਾਡੇ ਅੰਕੜੇ ਪ੍ਰਦਰਸ਼ਨ ਹੀ ਨਹੀਂ ਹੋਏ ਸਰਕਾਰ ਕੋਲ, ਕਿਉਂਕਿ ਸਰਕਾਰ ਇਹ ਨਹੀਂ ਅਣਜਾਣ ਸੀ, ਇਹਨੂੰ ਸਰਕਾਰ ਦੀਆਂ ਪਾਲਿਸੀਆਂ ਦਾ ਨਹੀਂ ਪਤਾ ਭਗਵੰਤ ਮਾਨ ਨੂੰ। ਜਿਹੜੇ ਬੰਦੇ ਨੇ ਜੀਓਜੀ ਦੀ ਪ੍ਰਾਪਤੀ ਸਾਡਾ ਜਿਹੜਾ ਇੱਕ ਸਿਸਟਮ ਬਣਾਇਆ ਗਿਆ ਸੀ ਉਸ ਸਿਸਟਮ ਨੇ ਸਾਡੀ ਸਾਰੀ ਪ੍ਰਾਪਤੀ ਸਰਕਾਰ ਦੇ ਗਾੜੀ ਨਹੀਂ ਰੱਖੀ ਔਰ ਜਾਂ ਉਹਨਾਂ ਵੇਖੀ ਨਹੀਂ ਜਾਂ ਉਹ ਚਾਹੁੰਦੇ ਨਹੀਂ ਸੀ। ਇਹ ਆਏ ਸੀ ਬਿਲਕੁਲ ਸ਼ਾਸਨ ਸਾਫ਼ ਕਰਨ ਵਾਸਤੇ ਭ੍ਰਿਸ਼ਟਾਚਾਰ। ਇੱਕ ਇਹ ਟੀਮ ਆ ਜਿਹਦੇ ਉੱਤੇ ਇੱਕ ਦਾਗ ਨਹੀਂਗਾ ਔਰ ਮੈਂ ਦਾਅਵਾ ਕਰਦਾ ਕਿ ਇਹ ਸਾਰੇ ਜਿਹੜੇ ਮਹਿਕਮੇ ਆ ਕੱਲੇ ਮਹਿਕਮੇ ਨਾਲ ਸਾਡੇ ਜੀਓ ਦੀ ਡਿਬੇਟ ਕਰਾਉਣ, ਉਹਨਾਂ ਕੋਲ ਅੰਕੜੇ ਲਿਆਉਣ ਵੀ ਤੁਹਾਡੇ ਕੋਲ ਕੀ ਅੰਕੜੇ ਪਿੰਡਾਂ ਦੇ ਤੇ ਅਸੀਂ ਅੰਕੜੇ ਦੇਵਾਂਗੇ ਸੱਚ ਕੀ ਤੇ ਝੂਠ ਕੀ। ਇਸ ਟਾਈਮ ਕੱਲਾ ਜੀਓ ਜੀ ਆ ਜਿਹਦੀ ਜੇਬ ਦੇ ਵਿੱਚ ਪੂਰੇ 23 ਦੀ 25 ਸਕੀਮਾਂ ਜਿਹਦੇ ਨਜਾਇਜ਼ ਕਿੰਨੇ ਬੰਦੇ ਆ ਜਾਇਜ਼ ਕਿੰਨੇ ਬੰਦੇ ਆ, ਇਹ ਕੱਲਾ ਜੀਓ ਜੀ ਦੇ ਕੋਲ ਸਾਰਾ ਡਾਟਾ ਵਾ ਜਿਹੜਾ ਕਿ ਇਹਨਾਂ ਦੇ ਅਫਸਰਾਂ ਕੋਲ 70 90 ਹਜ਼ਾਰ ਦਾ ਮੁਲਾਜ਼ਮ ਆ ਜਿਹਨੂੰ ਇਹ ਨਹੀਂ ਪਤਾ ਪਿੰਡ ਦੇ ਵਿੱਚ ਕਿਹੜਾ ਬੰਦਾ ਯੋਗ ਆ ਤੇ ਕਿਹੜਾ ਅਯੋਗ ਆ। ਇਸ ਟਾਈਮ ਦੇ ਉੱਤੇ ਬਿਲਕੁਲ ਸਾਬਤ ਕਰਤਾ ਕੈਪਟਨ ਅਮਰਿੰਦਰ ਸਿੰਘ ਨੇ ਭ੍ਰਿਸ਼ਟਾਚਾਰ ਰੋਕਣ ਵਾਸਤੇ ਤੀਸਰੀ ਅੱਖ ਬਣਾਈ ਸੀ ਔਰ ਉਹ ਰੋਕ ਕੇ ਉਹਦੇ ਅੰਕੜੇ ਵੇਖੋ। ਕੱਲੀ ਖਡੂਰ ਸਾਹਿਬ ਦੀ ਕਣਕ ਦਾ ਅੰਕੜਾ ਲੈ ਆਓ, ਉਹੋ ਹੀ ਇੱਕ ਤਨਖਾਹਾਂ ਪੂਰੀਆਂ ਕਰ ਦਿੰਦਾ। ਕਿੰਨੇ ਘਪਲੇ ਫੜ ਦਿੱਤੇ ਆ, ਕਿੰਨੀਆਂ ਪੈਨਸ਼ਨਾਂ ਔਰ ਰਾਸ਼ਨ ਕਾਰਡ ਆ ਜਿਹੜਾ ਆਵਾਜ਼ ਦਿੱਤੀ ਨਾ ਰਾਸ਼ਨ ਕਟਾਉਣ ਦੀ, ਇੱਕ ਝਲਕ ਵੇਂਦਾ ਸਾਡੀ ਵੀ ਇਹ ਜਿਹੜਾ ਉਹਨੇ ਮਾਪਦੰਡ ਦਿੱਤਾ ਸੀ ਨਾ ਉਹਦੇ ਮੁਤਾਬਕ ਅਸੀਂ ਉਹਨੂੰ 10 ਦਿਨਾਂ ਵਿੱਚ ਦਿੰਦੇ ਵੀ ਦਾ ਮਾਪਦੰਡ ਕੀ ਆ ਔਰ ਟੋਟਲ ਦਿਖਾਉਂਦੇ ਵੀ ਕੌਣ ਯੋਗ ਆ ਤੇ ਕੌਣ ਅਯੋਗ ਆ। ਇਸ ਕਰਕੇ ਇਹ ਭਗਵੰਤ ਮਾਨ ਦੀ ਸਰਕਾਰ ਨੇ ਭ੍ਰਿਸ਼ਟਾਚਾਰ ਕਰਨ ਵਾਸਤੇ ਬਿਲਕੁਲ ਨੰਗੀ ਮੁੰਗੀ ਗੱਲ ਹੋ ਗਈ ਆ। ਅੱਜ ਜਿਹੜਾ ਮੰਤਰੀ ਫੌਜਾ ਸਿੰਘ ਆ ਉਹ ਕਿੱਧਰ ਭੱਜ ਲੂਗਾ, ਕਿਤਨਾ ਝੂਠ ਮਾਰੂਗਾ ਉਹ ਵੀਡੀਓ ਤੋਂ। ਇਹ ਕੱਟ-ਵੱਢ ਕੀਤੀ ਆ, ਉਹ ਕੱਟ-ਵੱਢ ਮੇਰੀ ਵੀ ਕਰ ਦਿਓ, ਮੈਂ ਬੋਲਣਾ, ਮੇਰੀ ਕਰੋ ਕੱਟ-ਵੱਢ, ਚੈਲੰਜ ਆ ਸਾਡੀ ਕਰੇ ਕੱਟ-ਵੱਢ। ਫੌਜਾ ਸਿੰਘ ਜੀ ਤੁਸੀਂ ਇਸ ਪੂਰੇ 4000 ਜੀਓ ਜੀ 4000 ਨਹੀਂਗਾ, ਇਹ ਲੱਖਾਂ ਸਾਬਕਾ ਸੈਨਿਕਾਂ ਸਿਰਫ ਚਿੰਨ੍ਹ ਬਣਾਇਆ ਸੀ। ਇਹ ਜੀਓ ਜੀ ਆਈ ਹੈ ਕੈਪਟਨ ਅਮਰਿੰਦਰ ਸਿੰਘ ਦੇ ਟਾਈਮ ਤੇ ਨਹੀਂ ਤਾਂ ਸਰਕਾਰ ਦੇ ਜਿਹੜੇ ਅਫਸਰ ਸੀ ਨਾ ਐਨਕਾਂ ਦੇ ਉੱਪਰ ਦੀ ਦੇਖਦੇ ਸੀ। ਅੱਜ ਇਹ ਜੀਓ ਜੀ ਆਉਣ ਕਰਕੇ ਸਾਡੇ ਕੱਲੇ ਬੰਦੇ ਨੂੰ ਜਿਹੜਾ ਸਾਡਾ ਇੱਕ ਨਾਂ ਸੀ ਉਹਨਾਂ ਨੂੰ ਆਣ ਕੇ ਮਿਲਣ ਵਾਸਤੇ ਤਰੀਕਾ ਵੇਖੋ ਕੀ ਆ। ਇੱਥੇ ਤਹਿਸੀਲਦਾਰ ਲੁੱਟ, ਪਟਵਾਰੀ ਲੁੱਟ, ਬਿਜਲੀ ਮਹਿਕਮਾ ਲੁੱਟ। ਉਹ ਗੱਲ ਤਾਂ ਕਰੋ ਕਿਹੜੇ ਬੰਨੋਂ ਨਹੀਂ ਫੜ ਕੇ ਦਿੱਤੇ? ਇੱਕ ਮਹਿਕਮਾ ਹੀ ਸਾਨੂੰ ਦੱਸੋ, ਅਸੀਂ ਡਾਟੇ ਦਿੰਨੇ ਆ ਕਿੰਨੇ ਅਸੀਂ ਪ੍ਰਾਪਤੀਆਂ ਕੀ ਸਾਡੀਆਂ, ਤੇ ਇਹ ਸਰਕਾਰ ਦੀਆਂ 4 ਮਹੀਨਿਆਂ ਦੀ ਪ੍ਰਾਪਤੀਆਂ ਦੇ ਦੇਣ। ਇਸ ਕਰਕੇ ਸਾਨੂੰ ਅਫਸੋਸ ਆ, ਸਾਨੂੰ 11000 ਦਾ ਮਸਲਾ ਨਹੀਂ, ਅਸੀਂ ਦਾਅਵਾ ਕਰਦੇ ਆ ਸਾਡੇ ਜੋ ਸਾਰੇ ਕਰਨਗੇ ਫ੍ਰੀ ਆਫ ਕਾਸਟ ਚੱਲਾਂਗੇ, ਇਹ ਵੀ ਆਉਣ ਫ੍ਰੀ ਆਫ ਕਾਸਟ। ਅਸੀਂ ਬਿਲਕੁਲ ਪੈਸਾ ਨਹੀਂ ਲਵਾਂਗੇ, ਅਸੀਂ ਸੇਵਾ ਕਰਾਂਗੇ। ਜਿੰਨੇ ਐਮਐਲਏ ਲਿਖ ਕੇ ਦਿਓ ਅਸੀਂ ਤਨਖਾਹ ਨਹੀਂ ਲਵਾਂਗੇ, ਸਾਡਾ ਦਾਅਵਾ ਹੈ। ਅਸੀਂ ਬਿਨਾਂ ਤਨਖਾਹ ਤੋਂ ਕੰਮ ਕਰਾਂਗੇ, ਐਮਐਲਏ ਲਿਖ ਕੇ ਦੇਣ ਅਸੀਂ ਤਨਖਾਹ ਨਹੀਂ ਲਵਾਂਗੇ, ਸਾਡਾ ਦਾਅਵਾ ਹੈ। ਅਸੀਂ ਫ੍ਰੀ ਆਫ ਕਾਸਟ। ਅਸੀਂ ਸਰਦਾਰ ਜੀ ਕਰੋਨਾ ਦੇ ਵਿੱਚ ਮਾਂ ਪੁੱਤ ਨਹੀਂ ਸੰਭਾਲਦੀ ਤੇ ਸਾਡੇ ਵੀ ਪੁੱਤ ਪੋਤਰੇ ਸੀ, ਅਸੀਂ ਬਿਲਕੁਲ ਨੰਗੇ ਮੂੰਹ ਆਪਦੀ ਮੌਤ ਸਰਾਣੇ ਬਣ ਕੇ ਗਏ ਹਾਂ। ਤੇ ਜਿਹੜੇ 90000 ਲੈਂਦੇ ਸੀ ਨਾ ਉਹ ਗੱਡੀ 'ਚੋਂ ਨਹੀਂ ਉੱਤਰਦੇ ਜਾ ਕੇ ਮੜੀਆਂ 'ਚ, ਅਸੀਂ ਖੱਫਣ ਬਣ ਗਏ ਸਿਰ ਦੇ ਉੱਤੇ ਤੇ ਕਰੋਨਾ ਸੇਵਾ ਕੀਤੀ। ਤੇ ਭਗਵੰਤ ਮਾਨ ਪਹਿਲਾਂ ਇਸੇ ਗੱਲ ਦਾ ਜਵਾਬ ਦੇ ਦੇ। ਭਗਵੰਤ ਮਾਨ ਨੇ 2021 ਦਸੰਬਰ ਦੇ ਵਿੱਚ ਸੰਗਰੂਰ ਦੇ ਸੈਲੀਬ੍ਰੇਟ 'ਚ ਕਿਉਂ ਕਿਹਾ ਕਿ ਮੈਂ ਤੁਹਾਡੀ ਲੋਕਾਂ ਦੇ ਭੱਤੇ ਵਧਾਊਂਗਾ? ਉਹ ਥੋਕੇ ਨਹੀਂ ਚੱਟਦੇ ਹੁੰਦੇ ਲੀਡਰ। ਕੈਪਟਨ ਅਮਰਿੰਦਰ ਸਿੰਘ ਜਿਹੋ ਇੱਕ ਚੀਜ਼ ਸੀ, ਕੈਪਟਨ ਅਮਰਿੰਦਰ ਸਿੰਘ ਸੌ ਪੱਖੋਂ ਮਾੜਾ ਸੀ, ਪਰ ਉਹਨੇ ਜੋ ਪੰਜਾਬ ਲਈ ਕੀਤਾ ਉਹਦੀ ਦੇਣ ਜੇ। ਲੜਾਈ ਉਹ ਜੱਟ ਨੇ ਲੜੀ, ਪਾਣੀ ਦੀ ਲੜਾਈ ਉਹਨੇ ਲੜੀ ਤੇ ਸਾਡੇ ਸਾਬਕਾ ਸੈਨਿਕਾਂ ਬਾਲ ਉਹਨੇ ਕੀਤਾ। ਇਹ ਕਿੱਦਾਂ ਕਹਿੰਦਾ ਵਾ ਲੋਕਾਂ ਨੂੰ ਕਿ ਇਹ ਲੋਕ ਜਿਹੜੇ ਸਾਡੇ ਤੇ ਬੋਝ ਆ? ਸ਼ਰਮ ਹੋਣੀ ਚਾਹੀਦੀ ਹੈ ਅਨਪੜ੍ਹ ਬੰਦੇ ਜਿਹੜੇ ਕਹਿੰਦੇ ਆ, ਜਿਹੜੇ ਐਮਐਲਏ ਬਣਾਏ ਅੰਡਰ ਸਾਡਾ ਬਹਿਣ ਡਿਸਕਸ ਕਰਨ, ਅਸੀਂ ਦੇਵਾਂਗੇ ਜਵਾਬ। ਸਰਕਾਰ ਨੇ ਹੁਣ ਕਿਹੜੀ ਗੱਲਾਂ ਕਰਕੇ ਇਹਦਾ ਜੀਓ ਜੀ ਖਤਮ ਕਰਨ ਦਾ ਐਲਾਨ ਕੀਤਾ ਹੈ? ਸਰਕਾਰ ਦਾ ਇੱਕੋ ਮੁੱਦਾ ਕਿ ਭ੍ਰਿਸ਼ਟਾਚਾਰ ਦੇ ਇਹਦੇ ਵਰਕਰ ਜਿਹੜੇ ਸੀ ਉਹ ਪਿੱਟਲੇ ਸੀ ਕਿ ਬੋੜੀ ਖਿਦਾ ਦੀ ਲਾਲ ਪੱਗਾਂ ਢਾ ਦਿਓ। ਅਸੀਂ ਬੜੀ ਉਮੀਦ ਨਾਲ ਤੁਹਾਨੂੰ ਲਿਆਂਦਾ ਤੇ ਸਾਨੂੰ ਚੋਰ ਮੋਰੀ ਦਾ ਰਾਹ ਨਹੀਂ ਮਿਲ ਰਿਹਾ। ਸਾਡੀ ਜੀਓ ਜੀ ਭੰਗ ਕਰਨ ਤੋਂ ਬਾਅਦ ਵਧਾਈਆਂ ਚੱਲੀਆਂ ਸੋਸ਼ਲ ਮੀਡੀਆ ਦੇ, ਆਮ ਦੇ ਵਰਕਰਾਂ ਦੀਆਂ ਵਧਾਈਆਂ ਆ ਰਹੀਆਂ। ਉਹ ਦੱਸੋ ਇੱਕ ਮਹਿਕਮਾ ਚੰਗਾ ਪਾਸੇ ਕਰਕੇ ਤਾਂ ਵਧਾਈ ਦੇ ਰਹੇ ਹੋ, ਆਮ ਦੇ ਵਰਕਰ ਕਿਹੜੀ ਸਰਕਾਰ ਹੈ? ਔਰ 24 ਦੇ ਵਿੱਚ ਜਵਾਬ ਦੇਵਾਂਗੇ ਇਹਨਾਂ ਨੂੰ। ਮੈਂ ਦਾਅਵਾ ਕਰਦਾ ਕਿ ਸਾਡਾ ਜੀਓ ਜੀ ਇੱਕ ਨਹੀਂ ਗਾ, ਇਹ ਲੱਖਾਂ ਵਿੱਚ ਬੈਠਾ ਪੰਜਾਬ ਦੇ ਵਿੱਚ, ਔਰ 24 ਦੇ ਵਿੱਚ ਇਹਨਾਂ ਨੂੰ ਇੰਟਰ ਨਹੀਂ ਹੋਣ ਸਕਦਾ ਪਿੰਡ ਦੇ ਵਿੱਚ। ਅਗਰ ਸਾਨੂੰ ਸਾਥ ਨਾ ਮਿਲਿਆ
ਅੱਜ ਦੀ ਰਣਨੀਤੀ ਕੀ ਹੋਣਾ? ਆਮ ਆਦਮੀ ਪਾਰਟੀ ਮੁਰਦਾਬਾਦ, ਆਮ ਆਦਮੀ ਪਾਰਟੀ ਮੁਰਦਾਬਾਦ, ਆਮ ਆਦਮੀ ਪਾਰਟੀ ਮੁਰਦਾਬਾਦ, ਠੱਗਾਂ ਦੀ ਪਾਰਟੀ ਮੁਰਦਾਬਾਦ, ਠੱਗਾਂ ਦੀ ਪਾਰਟੀ ਮੁਰਦਾਬਾਦ, ਝੂਠਾਂ ਦੀ ਪਾਰਟੀ ਮੁਰਦਾਬਾਦ, ਕੇਜਰੀਵਾਲ ਮੁਰਦਾਬਾਦ। ਅੱਜ ਦਾ ਸਾਡਾ ਪ੍ਰੋਗਰਾਮ ਜਿਹੜਾ ਸਾਡੇ ਸ਼ਹੀਦਾਂ ਦੀ ਯਾਦਦਾਸ਼ਤ ਜਿਹੜੀ ਸੀ ਉੱਥੇ ਸਾਰਾਗੜੀ ਦੇ ਉੱਤੇ ਆ, ਸ਼ਹੀਦੀ ਦਿਵਸ ਮਨਾਉਣਾ, ਉੱਥੇ ਹੀ ਜਾਣਾ ਸ਼ਾਂਤਮਈ ਢੰਗ ਦੇ ਨਾਲ। ਅਸੀਂ ਪਹਿਲਾਂ ਉਹ ਫੰਕਸ਼ਨ ਅਟੈਂਡ ਕਰਨਾ ਸਾਰੇ ਭਰਾਵਾਂ ਨੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ ਆ। ਉਦੋਂ ਬਾਅਦ ਜਿਹੜਾ ਮੰਤਰੀ ਨੇ ਇਹਨਾਂ ਢਿੱਡ ਤੇ ਲੱਤ ਮਾਰੀ ਆ ਉਹਦਾ ਵਿਰੋਧ ਵੀ ਕਰਾਂਗੇ, ਉਹ ਤੋਂ ਜਵਾਬ ਲਵਾਂਗੇ। ਪਹਿਲਾਂ ਉਹਦੀ ਆਈਡੀਓ ਦਾ ਜਵਾਬ ਲਵਾਂਗੇ, ਬਾਕੀ ਬਾਅਦ ਚ ਆਪਦਾ ਲਵਾਂਗੇ ਕਿ ਸਾਨੂੰ ਜਵਾਬ ਦੇ ਕੇ ਚੱਲ। ਜੇ ਕੱਟਵਟ ਕੀਤੀ ਆ, ਪਹਿਲੀ ਗੱਲ ਮੰਤਰੀ ਦੀ ਹਾਸੇ ਹੋਣੀ ਗੱਲ, ਉਹਨੂੰ ABC ਮੀਡੀਆ ਪੁੱਛਦਾ ਵੀ ਤੂੰ ਕੀ ਕਾਰਵਾਈ ਕਰੇਗਾ, ਕਹਿੰਦਾ ਮੈਂ ਨਹੀਂ ਦਰਖਾਸਤ ਦੇਣੀ ਉੱਤੇ। ਉਹ ਮੈਨੂੰ ਕੋਈ ਗਾਲ ਕੱਢ ਜੇ ਮੈਂ ਮੰਨਦਾ ਜਨਾ ਤੂੰ ਤਾਂ ਪੰਜਾਬ ਦਾ ਮਿਨਿਸਟਰ ਆ ਯਾਰ, ਤੇ ਤੂੰ ਕਹਿੰਦਾ ਮੈਂ ਤਾਂ ਕਾਰਵਾਈ ਨਹੀਂ ਕਰਨੀ। ਕੀ ਹੈ ਇਹ ਸਾਬਤ ਕਰਦਾ ਵਾ ਕਿ ਬਿਲਕੁਲ ਸਾਫ ਸੁਥਰਾ। ਤੇ ਫੌਜਾ ਸਿੰਘ ਜੀ ਤੁਸੀਂ ਦਿਓ ਆਪਦਾ ਅਸਤੀਫਾ, ਉਹਦੇ ਪਰਚਾ ਕਰੋ। ਉਸ ਟਾਈਮ ਸਿੰਗਲੇ ਦੀ ਵੀਡੀਓ ਆਈ ਵੀ ਨਹੀਂ ਸੀ ਤੇ ਭਗਵੰਤ ਮਾਨ ਨੇ ਕਾਂ ਟੰਗਦਾ ਸੀ ਇਲੈਕਸ਼ਨ ਵਾਸਤੇ ਸੰਗਰੂਰ ਦੀ ਵਾਸਤੇ, ਉਹ ਟੰਗਿਆ ਸੀ। ਅੱਜ ਤੱਕ ਵੀਡੀਓ ਬਾਹਰ ਨਹੀਂ ਆਈ, ਤੇ ਜਿਹਦੀ ਬਾਹਰ ਨਹੀਂ ਆਈ ਉਹਨੂੰ ਟੰਗ ਲਿਆ ਸੀ ਗਰੀਬ ਨੂੰ, ਤੇ ਜਿਹਦੀ ਬਾਹਰ ਆਈ ਆ ਉਹ ਸਰਦਾਰ ਜੀ ਫੰਕਸ਼ਨ ਕਰਦਾ। ਉਹ ਸ਼ਹੀਦੀ ਦਿਵਸ ਤੇ ਆਵੇ ਸਨਮਾਨ ਉਹਦਾ, ਪਰ ਸਾਨੂੰ ਇਹੋ ਜਿਹੇ ਦੋ ਮਿਆਨ ਦੇ ਵਿੱਚ ਨਹੀਂ ਪੈਣ ਦੇਣਾ। ਅਸੀਂ ਇਹਨਾਂ ਨੂੰ ਇੱਕੋ 'ਚ ਪਾਵਾਂਗੇ। ਜੇ ਸ਼ਹੀਦਾਂ ਦਾ ਸਨਮਾਨ ਕਰਨਾ ਤੇ ਆ ਪੱਗ ਧਾਰੀ ਨਹੀਂ ਪੂਰੇ ਪੰਜਾਬ ਦੇ ਫੌਜੀਆਂ ਦਾ ਅਪਮਾਨ ਕੀਤਾ। ਸਾਨੂੰ ਕੱਢਣ ਦਾ ਦੁੱਖ ਨਹੀਂ, ਸਾਨੂੰ ਖਤਮ ਕਰਨ ਦਾ ਦੁੱਖ ਨਹੀਂ, ਦੁੱਖ ਆ ਸਾਨੂੰ ਉਹਨਾਂ ਦੀ ਟਿੱਪਣੀ ਤੇ, ਜਿਹੜੀ ਉਹਨਾਂ ਟਿੱਪਣੀ ਕੀਤੀ ਆ ਕਿ ਇਹ ਬੰਦਿਆਂ ਦਾ ਕੰਮ ਹੀ ਕੋਈ ਨਹੀਂਗਾ। ਅਫਸੋਸ ਹੈ ਕਿ ਉਹ ਕੰਮ ਇਹਨਾਂ ਨੂੰ ਵੇਖਣਾ ਨਹੀਂ ਆਇਆ, ਚਸ਼ਮਾ ਹੀ ਨਹੀਂ ਇਹਨਾਂ ਕੋਲ। ਤੇ ਸਭ ਤੋਂ ਵੱਡੀ ਕਮਜ਼ੋਰੀ ਸਾਡੀ ਰਹੀ ਮਹਿਕਮੇ ਦੀ, ਜਿਨ੍ਹਾਂ ਨੇ ਜੰਮਦਿਆਂ ਸਾਰ ਜਦੋਂ ਪਤਾ ਸੀ ਨਲਾਇਕ ਸਰਕਾਰ ਆ ਗਈ ਆ, ਤੇ ਸਾਡਾ ਫਰਜ਼ ਬਣਦਾ ਸੀ ਇੱਕ ਵਧੀਆ ਚੈਨਲ ਤਿਆਰ ਕਰਨਾ ਜੀਓ ਜੀ ਦਾ, ਤੇ ਇਹਨਾਂ ਨੂੰ ਰੋਜ਼ ਦੀਆਂ ਪ੍ਰਾਪਤੀਆਂ ਦੇ ਮੂੰਹ ਤੇ ਮਾਰਨੀਆਂ। ਅਸੀਂ ਉਹ ਨਹੀਂ ਕਰ ਪਾਏ, ਉਹ 'ਚ ਹੀ ਫੇਲ ਹੋਏ ਆ। ਅੱਜ ਉਹ ਸਾਡੀਆਂ ਪ੍ਰਾਪਤੀਆਂ ਸਾਡਾ ਚੈਨਲ ਚਾਹੀਦਾ ਜੀਓ ਦਾ ਚੈਨਲ ਹੁੰਦਾ ਤੇ ਇਹਨਾਂ ਦਾ ਮੂੰਹ ਬੰਦ ਹੁੰਦਾ। ਸੋ ਬਹੁਤਾ ਟਾਈਮ ਨਾ ਲੈਂਦਾ ਆ। ਬੇਨਤੀ ਸਾਰੇ ਭਰਾਵਾਂ ਨੂੰ, ਘੁੱਗੂ ਬਣ ਕੇ ਨਾ ਬਈਏ। ਆ ਸਾਡਾ ਹੀ ਮੈਂ ਕਹਿੰਦਾ ਚੈਨਲ ਸਾਡੇ ਜਿਹੜੇ ਅੱਜ ਬਣਾਏ ਗਏ, ਸਾਡੇ ਆਪਦੇ ਗਰੁੱਪ ਬਣਾਏ ਆ। ਉਹ ਯਾਰ ਕੀ ਮਰ ਗਏ ਅਸੀਂ। ਬਠਿੰਡਾ ਤਿਆਰ ਹੋਇਆ ਬੈਠਾ, ਮਾਝੇ ਦੀ ਧਰਤੀ ਜਿੱਥੇ ਮਾਈ ਭਾਗੋ ਪੈਦਾ ਹੋਈ, ਜਿਨ੍ਹਾਂ ਇਤਿਹਾਸ ਰਚੇ ਆ, ਤੇ ਸਾਡੇ ਗਰੁੱਪ 4 ਦਿਨ ਹੋ ਗਏ ਡਫੜਾ ਵੱਜਦੇ ਫਿਰਦੇ ਰੋਡਵੇ ਦੀ ਬੱਸ ਵਾਂਗੂ। ਸਾਡੇ ਗਰੁੱਪ ਡਫੜਾ ਵੱਜਦੇ ਫਿਰਦੇ ਆ। ਅਸੀਂ ਕਿਸੇ ਨਾਲ ਮਸ਼ਵਰਾ ਨਹੀਂ ਕਰ ਸਕੇ। ਕਿਉਂ? ਅਸੀਂ ਪੀਸਫੁਲ ਦਾ ਲੀਡਰ ਆ। ਜਦੋਂ ਸਾਡਾ ਪੀਸਫੁਲ ਆ ਉਦੋਂ ਤੁਪਕੇ ਮਾਰਨ ਵਾਸਤੇ ਅਸੀਂ ਕਾਹਦੇ ਵਾਸਤੇ ਲੀਡਰ ਬਣਾਏ ਆ, ਕਾਹਦੇ ਸੁਪਰਵਾਈਜ਼ਰ ਬਣਾਏ ਆ? ਜਵਾਬ ਦੇਣ ਸਾਨੂੰ ਇਸ ਗੱਲ ਦਾ। ਅੱਗੋਂ ਪਿੱਛੋਂ ਸਾਡਾ ਟੈਗ ਲੱਗਾ ਇਹ ਕਾਂਗਰਸੀ ਆ। ਅਸੀਂ ਕਸਮ ਖਾ ਕੇ ਕਹਿੰਦੇ ਆ ਨਾ ਹੀ ਕਾਂਗਰਸੀ ਗੱਲ ਕਰਦੇ ਆ ਨਾ ਹੀ ਆਮ ਦੀ ਕਰਦੇ ਆ। ਅਫਸੋਸ ਇਸ ਗੱਲ ਦਾ, ਜਦੋਂ ਕੋਈ ਗੱਲ ਕਰਦੇ ਆ ਇਹ ਰਾਜਨੀਤਿਕ ਆ। ਉਹ ਯਾਰ ਰਾਜਨੀਤੀ ਬੰਦਾ ਜਿਹੜਾ ਉਹ ਮਰ ਕੇ ਨਹੀਂ ਜਾਂਦਾ, ਭੁਗਤ ਨਹੀਂ ਜਾਂਦਾ। ਪਰ ਅਸੀਂ ਸੱਚੇ ਦਾ ਸਾਥ ਦੇਵਾਂਗੇ, ਸਾਡੀ ਕੋਈ ਪਾਰਟੀ ਨਹੀਂ ਗੀ, ਸੱਚੇ ਦਾ ਸਾਥ ਦੇਵਾਂਗੇ। ਭਾਜੀ ਕੀ ਕਹਿਣਾ ਚਾਹੋਗੇ? ਸਰਕਾਰ ਵੱਲੋਂ ਇਹ ਕਿਹਾ ਜਾਂਦਾ ਵਾ ਵੀ 1 ਸਾਲ ਜਿਹੜੀ ਜੀਓ ਦੀ ਕੋਈ ਸਾਨੂੰ ਰਿਪੋਰਟ ਨਹੀਂ ਆਈ, ਤੁਸੀਂ ਕਿੱਦਾਂ ਵੇਖਦੇ ਚੀਜ਼ਾਂ ਨੂੰ? ਮੈਂ ਕੈਪਟਨ ਹੀਰਾ ਸਿੰਘ, ਤਹਿਸੀਲ ਸੁਪਰਵਾਈਜ਼ਰ, ਤਹਿਸੀਲ ਤਰਨਤਾਰਨ। 1 ਸਾਲ ਦੀ ਨਹੀਂ, ਅਸੀਂ 5 ਸਾਲ ਦਾ ਬਿਊਰੋ ਦਿੰਦੇ ਆ। ਇਹ ਤੇ 1 ਸਾਲ ਦੀ ਗੱਲ ਕਰਦੇ ਆ, ਅਸੀਂ 5 ਸਾਲ ਦਾ ਬਿਊਰੋ ਦਿੰਦੇ ਆ ਕਿ 5 ਸਾਲਾਂ ਦੇ ਵਿੱਚ ਜਿੰਨੇ ਵੀ ਸਰਕਾਰੀ ਅਦਾਰੇ ਸੀ, ਜਿਹੜੇ ਇੱਕ ਸਰਕਾਰੀ ਖਜ਼ਾਨੇ ਦੇ ਵਿੱਚੋਂ ਲੱਖ 1.5 ਲੱਖ ਰੁਪਇਆ ਤਨਖਾਹ ਲੈ ਕੇ ਕੁਰਸੀਆਂ ਤੇ ਬਹਿ ਕੇ ਕੁਰਸੀਆਂ ਤੋੜਦੇ ਤੇ ਮੋਬਾਈਲ ਦੇ ਕੇ ਸਕੂਲਾਂ ਦਾ ਢਾਂਚਾ ਜਿਹੜਾ ਹੈ, ਸਕੂਲਾਂ ਦਾ ਢਾਂਚਾ ਕਰਨ ਜਿਹੜਾ ਅਸੀਂ ਸੁਧਾਰਿਆ ਤੇ ਉਹ ਜੀਓ ਜੀ ਨੇ ਸੁਧਾਰਿਆ। ਹਸਪਤਾਲਾਂ ਦੇ ਵਿੱਚ ਦਵਾਈਆਂ ਤੇ ਹਸਪਤਾਲਾਂ ਦੇ ਵਿੱਚ ਜਿਹੜੇ ਲੋਕ ਤਰਲੇ ਲੈਂਦੇ ਸੀ ਜਾ ਕੇ, ਡਾਕਟਰ ਘਰਾਂ 'ਚ ਬੈਠੇ ਹੁੰਦੇ ਸੀ, ਆਂਗਣਵਾੜੀ ਜਿੰਨੇ ਵੀ ਅਦਾਰੇ ਸਰਕਾਰੀ ਅਧਿਕਾਰੀ, ਉਹਨਾਂ ਸਾਰਿਆਂ ਵਿੱਚ ਜਾ ਕੇ ਜੀਓ ਨੇ ਜਾ ਕੇ 11,000 ਦਾ ਮਾਨ ਭੱਤਾ ਲੈ ਕੇ ਤੇ ਉਹਨਾਂ ਨੂੰ ਜਗਾਇਆ। ਜਿਹੜੇ ਸਰਕਾਰੀ ਖਜ਼ਾਨੇ ਥੁੱਕ ਲਾ ਰਹੇ ਸੀ 90 ਹਜ਼ਾਰ ਲੱਖ ਰੁਪਈਆ ਤਨਖਾਹ ਲੈ ਕੇ, ਉਹਨਾਂ ਨੂੰ ਜਗਾਇਆ ਸੀ। ਕਿ ਮਾਨ ਭੱਤਾ ਸਾਡਾ 11,000 ਮਾਨ ਭੱਤਾ ਸੀ, ਜਿਹਦੇ ਵਿੱਚ ਉਦੋਂ ਜ਼ਿਆਦਾ ਅਸੀਂ ਆਪਣਾ ਜਿਹੜਾ ਖੱਜਲ ਖੁਆਰੀ ਤੇ ਆਪਣਾ ਪੈਟਰੋਲ ਫੂਕ ਲੈਂਦੇ ਸੀ। ਫਿਰ ਅਸੀਂ ਜਾ ਕੇ ਜਿੰਨੀਆਂ ਵੀ ਉਪਲਬਧੀਆਂ ਸਾਡੀਆਂ ਹੈਗੀਆਂ ਨੇ ਨਾ, ਇਹ ਸਰਕਾਰ ਨੇ, ਇਹ ਸਰਕਾਰ ਜਾਣਦੀ ਆ, ਸਾਡੇ DC ਸਾਹਿਬ ਜਾਣਦੇ ਨੇ, ਸਾਰੇ ਜਾਣਦੇ ਨੇ। ਪਰ ਇਹ ਸਰਕਾਰ ਜਿਹੜੀ ਅੱਜ ਜਿਹੜੀ ਇਹ ਲੱਗੀ ਹੈ ਭ੍ਰਿਸ਼ਟਾਚਾਰ ਸਰਕਾਰ ਆ, ਜਿਹੜੀ ਲੋਕਾਂ ਨੂੰ ਕਹਿੰਦੀ ਹੈ ਕਿ ਅਸੀਂ ਇਹ ਸਰਕਾਰ ਬੜੀ ਇਮਾਨਦਾਰ ਸਰਕਾਰ ਆ। ਇਹ ਆਹ ਸਬੂਤ ਦਿੱਤਾ ਇਹਨਾਂ ਨੇ ਸਾਨੂੰ। ਇਸ ਗੱਲ ਦਾ ਕੋਈ ਹੈ ਨਹੀਂ ਹੈ ਕਿ ਇਹਨਾਂ ਨੂੰ ਜ਼ਰੂਰਤ ਹੈ। ਇਹ ਕਹਿ ਰਹੇ ਕਿ ਸਾਡੇ ਖਜ਼ਾਨੇ ਵਿੱਚ ਪੈਸੇ ਨਹੀਂ ਹੈ ਤੇ ਸਾਨੂੰ ਕੋਈ ਗੱਲ ਨਹੀਂ, ਅਸੀਂ ਪੈਸਾ ਲੈਂਦੇ ਨਹੀਂ, ਅਸੀਂ ਵਲੰਟੀਅਰ ਆ। ਅੱਜ ਵੀ ਅਸੀਂ 11,000 ਤੇ ਨਹੀਂ, ਜਿਹੜਾ ਇੱਕ 90,000 ਤਨਖਾਹ ਲਿਖੇ ਤੇ ਉਹ ਵੀ ਆਪਣੇ ਟਾਈਮ ਤੇ ਨਹੀਂ ਪਹੁੰਚਦਾ ਤੇ ਕਈ ਬਹਾਨੇ ਲਾ ਕੇ ਛੁੱਟੀਆਂ ਲੈ ਲੈਂਦਾ। ਸਾਡੀਆਂ ਆਪਣੀ ਜਾ ਕੇ ਸਾਡਾ ਰਿਕਾਰਡ ਚੈੱਕ ਹੈ ਵੀ ਸਾਡੇ ਜੀਓ ਜੀ ਨੇ ਕਿੰਨੀਆਂ ਛੁੱਟੀਆਂ ਲਈਆਂ ਨੇ। ਕੋਈ ਸਾਡਾ ਸੰਡੇ ਸਾਡੇ ਇੱਕ ਆਰਡਰ ਦੇ ਉੱਪਰ ਚੱਲਦੇ ਆ, ਆਪਣੇ ਟਾਈਮ ਦੇ ਉੱਪਰ ਚੱਲਦੇ ਆ, ਟਾਈਮ ਦੇ ਪਾਬੰਦ ਆ, ਆਪਣੇ ਡਿਸਪਲਿਨ ਦੇ ਪਾਬੰਦ ਆ, ਦਿੱਤੇ ਹੋਏ ਸਮੇਂ ਤੇ ਪਹੁੰਚਦੇ ਆ, ਆਪਣਾ ਦਿੱਤੀ ਹੋਈ ਜੌਬ ਜਿਹੜਾ ਡਿਊਟੀ ਆ ਉਹਨੂੰ ਪੂਰਾ ਕਰਕੇ ਦਿੰਦੇ ਆ। ਪਰ ਸਾਨੂੰ ਕੀ ਇੱਕ ਮਾਨ ਪੱਤਾ ਨਾਰਮਲ ਜਿਹਾ ਸੀ, ਉਹ ਇੱਕ ਕੀ ਨਾ ਕਿ ਜਿਤਨਾ ਚਾਹ ਦੇ ਵਿੱਚ ਥੋੜਾ ਜਿਹਾ ਕਿ ਪੱਤੀ ਪਾ ਦੇਣਾ ਉਹਦਾ ਚੀਜ਼ਾਂ ਹੁੰਦਾ ਸੀ। ਫਿਰ ਵੀ ਅਸੀਂ ਮਤਲਬ ਇਸ ਚੀਜ਼ ਨੂੰ ਇਮਾਨਦਾਰੀ ਨਾਲ, ਕਿਉਂਕਿ ਸਾਡੇ ਤੇ ਮੋਹਰ ਲੱਗੀ ਸੱਚਾਈ ਔਰ ਇਮਾਨਦਾਰੀ ਦੀ,
ਅਸੀਂ ਉਸ ਚੀਜ਼ ਨੂੰ ਚਾਹੁੰਦੇ ਹਾਂ ਕਿ ਅਸੀਂ ਦੇਸ਼ ਦੇ ਰਾਖੇ ਹਾਂ ਤੇ ਦੇਸ਼ ਲਈ ਲੜੇ ਹਾਂ ਤੇ ਆਪਣੇ ਹੱਕ ਲਈ ਵੀ ਲੜ ਸਕਦੇ ਹਾਂ ਤੇ ਸਮਾਜ ਵਾਸਤੇ ਲੜੇ ਹਾਂ। ਤੇ ਅੱਜ ਜਿਹੜੀ ਇਹ ਸਰਕਾਰ ਨੇ, ਇਹ ਭ੍ਰਸ਼ਟ ਸਰਕਾਰ ਆ, ਕਿਉਂਕਿ ਜਿੰਨਾ ਮਰਜ਼ੀ ਕਹੇ ਕਿ ਅਸੀਂ ਇਮਾਨਦਾਰ ਸਰਕਾਰ ਆ, ਇਹ ਸਾਡੇ ਲਈ ਭ੍ਰਸ਼ਟ ਸਰਕਾਰ ਆ ਕਿ ਜੋ ਸਾਡੇ ਮਾਨ ਸਨਮਾਨ ਨੂੰ ਠੇਸ ਪਹੁੰਚੀ ਆ। ਸਾਨੂੰ ਇਹਨਾਂ ਕਹਿੰਦੇ ਸਾਡੇ ਖਜ਼ਾਨੇ 'ਚ ਪੈਸੇ ਨਹੀਂ ਆ, ਅਸੀਂ ਕਹਿੰਦੇ ਨਹੀਂ ਤਨਖਾਹ ਚਾਹੀਦੀ, ਸਾਨੂੰ ਮਾਨ ਭੱਤਾ ਨਾ ਦਿਓ। ਪਰ ਸਾਡੇ ਮਾਨ ਸਨਮਾਨ ਨੂੰ ਕਿਹਾ ਕਿ ਜਿਹੜਾ ਇਹਨਾਂ ਨੇ ਕਿਹਾ ਨਾ ਕਿ ਜਿਸ ਮਨੋਰਥ ਕਰਕੇ ਜੀਓ ਰੱਖਿਆ ਗਿਆ ਸੀ ਉਹ ਮਨੋਰਥ ਪੂਰਾ ਨਹੀਂ ਹੋਇਆ। ਉਹ ਮਨੋਰਥ ਪੂਰਾ ਹੈ, ਸਾਡੇ ਵੱਲੋਂ ਪੂਰਾ ਹੈ ਤੇ ਪੂਰਾ ਇਹਨਾਂ ਦਾ ਨਹੀਂ ਆ। ਕਿ ਇਹਨਾਂ ਦਾ ਕੀ ਮਨੋਰਥ ਆ ਇਹ ਆਪ ਜਾਣਦੇ ਆ। ਇਹ ਲੋਕਾਂ ਕੋਲ ਸਿੱਧ ਕਰਨ ਵੀ ਸਾਡਾ ਮਨੋਰਥ ਕੀ ਸੀ। ਜੇ ਸਰਕਾਰ ਦਾ, ਕਾਂਗਰਸ ਸਰਕਾਰ ਦਾ ਮਨੋਰਥ ਸੀ ਤੇ ਕਾਂਗਰਸ ਸਰਕਾਰ ਨੇ ਤੇ ਸਾਡੀਆਂ ਜਿੰਨੀਆਂ ਫੀਡਬੈਕਾਂ ਦਿੱਤੀਆਂ ਨੇ ਉਹ ਸਾਡੀਆਂ ਉਹਨਾਂ ਦੇ ਸਿਰ ਮੱਥੇ ਆ। ਸਾਰੇ ਉਹਨਾਂ ਨੂੰ ਮਿਆਦ ਸਾਨੂੰ ਮਿਲਦੀ ਆ, ਫੀਡਬੈਕ ਸਾਨੂੰ ਮਿਲਦੀ ਕਿ ਸਾਡਾ ਬਹੁਤ ਵਧੀਆ ਜੀਓ ਕੰਮ ਕਰਦਾ ਹੈ, ਸਾਡਾ ਪ੍ਰਸ਼ਾਸਨ ਸਾਨੂੰ ਮੰਨਦਾ ਹੈ। ਪਰ ਇਹ ਸਰਕਾਰ ਸਾਨੂੰ ਕਹਿ ਰਹੀ ਕਿ ਵੀ ਇਹਨਾਂ ਦਾ ਮਨੋਰਥ ਕੀ ਆ, ਇਹ ਆਪਣਾ ਮਨੋਰਥ ਸਾਬਤ ਕਰਨ। ਹੁਣ ਸਾਡਾ ਜਿਹੜਾ ਸਾਰਾਗੜੀ ਦੇ ਵਿੱਚ ਆ, ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਜਾ ਰਹੇ ਆ ਕਿ ਜਿਹੜੀ ਸਰਕਾਰ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਉਹਦਾ ਅਸੀਂ ਵਿਰੋਧ ਜ਼ਰੂਰ ਕਰਾਂਗੇ ਕਿ ਜੇ ਤੁਸੀਂ ਇਹਨਾਂ ਦਾ ਮਾਨ ਸਨਮਾਨ ਨਹੀਂ ਕਰ ਸਕਦੇ ਤੇ ਫਿਰ ਉਹਨਾਂ ਦਾ ਤੁਸੀਂ ਕੀ ਸ਼ਰਧਾਂਜਲੀ ਦੇਣੀ ਆ। ਤੇ ਮੈਂ ਇੱਥੇ ਕਰਨਾ ਕਿ ਹੁਣ ਸਾਡੇ ਸਰਕਾਰ ਜੋ ਸਾਡੇ ਜ਼ਿਲ੍ਹਾ ਹੈੱਡ ਸਾਹਿਬ ਕਰਨਲ ਸਾਹਿਬ ਆਏ ਨੇ ਤੇ ਉਹ ਸਾਰੇ ਬਿਆਨ ਵੀ ਕਰਨਗੇ। ਤੇ ਬਾਕੀ ਮੈਂ ਇਸ ਸਰਕਾਰ ਦੇ ਵਿਰੋਧ ਵਿੱਚ ਜਿੱਥੋਂ ਤੱਕ ਪਹੁੰਚਿਆ ਜਾਵੇ ਉੱਥੋਂ ਆਪਣੇ ਹੱਕ ਲਈ ਲੜਾਂਗੇ। ਆਪਣੀ ਇਮਾਨਦਾਰੀ ਦਾ ਸਬੂਤ ਅਸੀਂ ਲੋਕਾਂ ਦੇ ਪੇਸ਼ ਕਰਾਂਗੇ ਔਰ ਕਰਦੇ ਹਾਂ ਕਰਾਂਗੇ। ਜੈ ਜਵਾਨ, ਜੈ ਜਵਾਨ, ਜੈ ਜਵਾਨ। ਭਗਵੰਤ ਮਾਨ ਸਰਕਾਰ ਨੇ ਜਿਹੜੀ ਜੀਓ ਜਿਹੜੀ ਸੇਵਾਵਾਂ ਇਹ ਬੰਦ ਕਰ ਦਿੱਤੀਆਂ। ਵੈਸੇ ਤੇ ਸਾਨੂੰ ਇਸ ਸਰਕਾਰ ਤੇ ਬੜੀਆਂ ਉਮੀਦਾਂ ਸੀਗੀਆਂ, ਬੜਾ ਮਾਣ ਸੀਗਾ, ਪਰ ਜਿਸ ਤਰ੍ਹਾਂ ਇਹਨਾਂ ਦਾ ਚਾਲ ਚੱਲ ਰਿਹਾ ਹੈ ਸਾਨੂੰ ਬਹੁਤ ਦੁੱਖ ਹੋਇਆ ਹੈ। ਅਸੀਂ ਇਹ ਜੋ ਜੀਓ ਦਾ ਸਕੀਮ ਦੇ ਅੰਡਰ ਕੰਮ ਕਰ ਰਹੇ ਹਾਂ, ਅਸੀਂ ਕਦੇ ਵੀ ਇਹਨੂੰ ਐਜ਼ ਏ ਜੌਬ ਨਹੀਂ ਸਮਝਿਆ ਹੈ। ਅਸੀਂ ਇਹਨੂੰ ਸੇਵਾ ਦੇ ਤੌਰ ਤੇ ਲਿਆ ਹੈ। ਈਵਨ ਜਦੋਂ ਇਹ ਸਕੀਮ ਸ਼ੁਰੂ ਹੋਈ ਸੀ ਪਹਿਲੇ 5 ਮਹੀਨੇ ਸਾਨੂੰ ਕੋਈ ਤਨਖਾਹ ਨਹੀਂ ਮਿਲੀ ਸੀ, ਉਹਨਾਂ ਨਹੀਂ ਮਿਲਿਆ। ਸਾਡੇ ਇੱਕ ਵੀ ਜਵਾਨ ਨੇ ਕਦੇ ਉੱਚੀ ਆਵਾਜ਼ ਨਾਲ ਨਹੀਂ ਕਿਹਾ ਕਿ ਸਾਨੂੰ ਔਂਦਰੇ ਮਿਲਣਾ ਚਾਹੀਦਾ ਹੈ। ਬਿਨਾਂ ਔਂਦਰੇ ਤੋਂ ਇਹ ਕੰਮ ਕਰਦੇ ਰਹੇ। ਕੋਵਿਡ ਦੇ ਦੌਰਾਨ ਮੇਰਾ ਖਿਆਲ ਹੈ ਸਾਡੇ ਡਿਸਟ੍ਰਿਕਟ ਦੇ ਹਰ ਜੀਓ ਦੇ ਘੱਟੋ ਘੱਟ ਵੀ 15-20 ਹਜ਼ਾਰ ਰੁਪਇਆ ਜੇਬ ਚੋਂ ਖਰਚ ਕੀਤਾ। ਮੈਂ ਵੀ ਤਕਰੀਬਨ 1.5 ਲੱਖ ਰੁਪਇਆ ਜੋ ਹੈ ਆਪਣੀ ਜੇਬ ਚੋਂ ਖਰਚ ਕੀਤਾ ਹੈ। ਅਸੀਂ ਹੁਣ ਵੀ ਜੋ ਹੈ ਸਕੂਲਾਂ ਦੇ ਅੰਦਰ ਜਾ ਕੇ ਬੱਚਿਆਂ ਨੂੰ ਪ੍ਰੋਤਸਾਹਨ ਕਰਨ ਲਈ, ਉਹਨਾਂ ਨੂੰ ਮੋਟੀਵੇਟ ਕਰਨ ਲਈ ਕੋਈ ਜੀਓ 1000 ਰੁਪਇਆ ਦੇ ਰਿਹਾ ਹੈ, ਕੋਈ 500 ਦੇ ਰਿਹਾ ਹੈ ਤਾਂ ਕਿ ਬੱਚੇ ਪੜ੍ਹਾਈ ਕਰਨ। ਅਸਾਂ ਹੁਣ 2 ਸਕੂਲ ਵੀ ਜੋ ਹੈ 3 ਅਡੋਪਟ ਕਰ ਲਏ ਜਿੱਥੇ ਹਰ ਮਹੀਨੇ ਉਹਨਾਂ ਨੂੰ 500 ਰੁਪਏ ਦਾ ਇਨਾਮ ਦਿੱਤਾ ਜਾਂਦਾ ਹੈ ਤਾਂ ਕਿ ਉਹਨਾਂ ਦੇ ਅੰਦਰ ਇੱਕ ਭਾਵਨਾ ਜੋ ਹੈ ਪੈਦਾ। ਅਸੀਂ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਨਾ ਚਾਹੁੰਦੇ ਸੀ। ਸਾਨੂੰ ਇਹ ਕੋਈ ਦੁੱਖ ਨਹੀਂ ਹੈ ਕਿ ਇਹ ਸਕੀਮ ਨੂੰ ਬੰਦ ਕਰ ਰਹੇ ਹਨ। ਸਾਨੂੰ ਦੁੱਖ ਇਹ ਕਿਹਾ ਕਿ ਇੱਕ ਉਹ ਕੰਮ ਕਰਨ ਵਾਲੇ ਬੰਦੇ ਜੋ ਕੋਈ ਨਹੀਂ ਕਰ ਸਕਦਾ ਦੁਨੀਆ ਦੇ ਵਿੱਚ ਹੈ, ਉਹਨੂੰ ਉਹਨਾਂ ਨੇ ਕਿਹਾ ਕਿ ਇਹ ਪੂਅਰ ਪਰਫਾਰਮੈਂਸ ਇਹਨਾਂ ਦੀ ਹੈ, ਸਾਡੇ ਉਹਨਾਂ ਦੇ ਕੰਮ ਤੋਂ ਖੁਸ਼ ਨਹੀਂ ਹੈ। ਇਸ ਚੀਜ਼ ਦਾ ਸਾਨੂੰ ਬਹੁਤ ਦੁੱਖ ਹੈ। ਇਹ ਦੁੱਖ ਸਾਨੂੰ ਤਦ ਤੱਕ ਰਹੇਗਾ ਜਦ ਤੱਕ ਸਾਡਾ ਆਖਰੀ ਸਾਥ ਰਹੇਗਾ। ਬਾਕੀ ਉਹ ਸਕੀਮ ਨੂੰ ਬੰਦ ਕਰ ਦਿੰਦੇ ਉਹਦਾ ਕੋਈ ਦੁੱਖ ਨਹੀਂ ਹੈ। ਸਾਨੂੰ ਇਹ ਕਹਿ ਦਿੰਦੇ ਕਿ ਸਾਡੇ ਕੋਲ ਪੈਸੇ ਨਹੀਂ ਹੈ, ਤੁਸੀਂ ਬਿਨਾਂ ਪੈਸੇ ਤੋਂ ਕੰਮ ਕਰੋ, ਅਸੀਂ ਉਹ ਵੀ ਤਿਆਰ ਸੀਗੇ। ਮਗਰ ਇਹਨਾਂ ਨੇ ਇੱਕ ਸਾਡੇ ਉੱਤੇ ਇੱਕ ਤੋਹਮਤ ਲਾਤੀ ਹੈ ਜੋ ਕਿ ਸਾਨੂੰ ਮਨਜ਼ੂਰ ਨਹੀਂ ਹੈ। ਇਹ ਅਸੀਂ ਚਾਹਾਂਗੇ ਗੌਰਮੈਂਟ ਨੂੰ ਜੋ ਹੈ ਪਬਲਿਕਲੀ ਇਸ ਚੀਜ਼ ਦੀ ਮਾਫੀ ਮੰਗਣੀ ਚਾਹੀਦੀ ਔਰ ਅੱਗੇ ਦੀ ਕਾਰਵਾਈ ਫਿਰ ਅਸੀਂ ਸੋਚਾਂਗੇ ਕੀ ਕਰਨਾ ਹੈ। ਹੁਣ ਵੀ ਜੀਓ ਅਗਰ ਜੇ ਸਰਕਾਰਾਂ ਨਹੀਂ ਮੰਨਦੀਆਂ ਤੇ ਜੀਓ ਜਿਹੜਾ ਇਹ ਆਪਣੀ ਸੇਵਾ ਨਿਭਾਉਣ ਨੂੰ ਤਿਆਰ ਹੈ ਫ੍ਰੀ ਆਫ ਕਾਸਟ। ਅਸੀਂ ਤਿਆਰ ਹਮੇਸ਼ਾ ਇਹ ਕਿ ਪੂਰੇ ਐਕਸਰਸਮੈਨ ਇਹੀ ਕੰਮ ਕਰ ਰਹੇ ਜਿਨ੍ਹਾਂ ਨੇ ਸਾਡੇ ਐਕਸਰਸਮੈਨ ਈਵਨ ਭੱਗੂਪੁਰ ਦੇ ਵਿੱਚ ਹਰ ਸਾਲ ਜੋ ਹੈ ਮੇਰੇ ਖਿਆਲ ਐਕਸਰਸਮੈਨ ਤਕਰੀਬਨ 50-50 ਹਜ਼ਾਰ ਰੁਪਈਆ ਜੋ ਹੈ ਆਪਣੀ ਜੇਬ ਚੋਂ ਖਰਚ ਕਰਕੇ ਜੋ ਦੇਸ਼ ਲਈ ਸ਼ਹੀਦ ਹੋਏ ਲੋਕ ਹੈ ਉਹਨਾਂ ਦੀਆਂ ਜੋ ਵੀਰ ਨਾਰੀਆਂ ਉਹਨਾਂ ਨੂੰ ਸਨਮਾਨਿਤ ਕਰਦੇ, ਉਹਨੂੰ ਪੈਸਾ ਦਿੰਦੇ ਆ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਹਰ ਐਕਸਰਸਮੈਨ ਜੋ ਹੈ ਇਹ ਜੀਓ ਨੇ ਹਰ ਐਕਸਰਸਮੈਨ ਇਹ ਕੰਮ ਕਰ ਰਿਹਾ ਹੈ ਪਿੰਡਾਂ ਦੇ ਵਿੱਚ ਹੈ। ਹੁਣ ਆਪਣਾ ਕੀ ਡਿਸੀਜਨ ਕੀ ਹੈਗਾ? ਹੁਣ ਆਪਣਾ ਅਸੀਂ ਡਿਸੀਜਨ ਇਹੀ ਸਾਨੂੰ ਇਹਨਾਂ ਨੇ ਇੱਕ ਪਲਾਸਟਿਕ ਦਾ ਲਿਫਾਫਾ ਸਮਝਿਆ ਤੇ 4 ਬੰਦਿਆਂ ਨੇ ਬਹਿ ਕੇ ਫੈਸਲਾ ਕਰਕੇ ਸਾਡੀਆਂ ਸੇਵਾਵਾਂ ਖਤਮ ਕਰ ਦਿੱਤੀਆਂ। ਸੇਵਾਵਾਂ ਖਤਮ ਕਰਨ ਤੋਂ ਪਹਿਲਾਂ ਸਰਕਾਰ ਦੀ ਕੋਈ ਨਿੱਜੀ ਜ਼ਿੰਮੇਵਾਰੀ ਬਣਦੀ ਸੀ ਡੈਮੋਕ੍ਰੈਟਿਕ ਵੇ ਦੇ ਨਾਲ, ਜਾਂ ਇਹਨੂੰ ਕਿਹਾ ਜਾਵੇ ਲੀਗਲ ਭਾਸ਼ਾ 'ਚ ਕਿਹਾ ਜਾਏ ਕਿ ਇਹਦਾ ਨੈਚੁਰਲ ਇੰਟਰਸਟ ਜੋ ਹੈ, ਨੈਚੁਰਲ ਜੋ ਜਸਟਿਸ ਹੈ, ਉਹ ਸਾਨੂੰ ਜਾਂ ਸਾਡੇ ਜਿਹੜੇ ਅਹੁਦੇਦਾਰ ਸੀਗੇ ਚੰਡੀਗੜ੍ਹ ਬੈਠੇ ਉਹਨਾਂ ਨੂੰ ਬੁਲਾ ਕੇ ਸਾਡਾ ਉਹਦਾ ਐਨਾਲਿਸਿਸ ਕੀਤਾ ਜਾਂਦਾ
ਦੋ ਗੱਲਾਂ ਦੇ ਉੱਤੇ ਸਾਡਾ ਮਨ ਜਿਹੜਾ ਉਹ ਜ਼ਿਆਦਾ ਦੁਖਿਆ ਵਾ। ਪਹਿਲਾ, ਇਹਨਾਂ ਦੇ ਮੰਤਰੀਆਂ ਨੇ ਕਿਹਾ ਵਾ ਕਿ ਇਹਨਾਂ ਨੂੰ ਪੈਨਸ਼ਨਾਂ ਮਿਲਦੀਆਂ ਵਾ, ਇਹਨਾਂ ਨੂੰ ਮੋਟੀ ਰਕਮ ਮਿਲਦੀ ਆ। ਕੋਈ ਸਾਡੇ ਤੇ ਆਸਾਨ ਨਹੀਂ ਕੀਤਾ ਜੇ ਸਾਨੂੰ ਪੈਨਸ਼ਨਾਂ ਮਿਲਦੀਆਂ, ਪੈਨਸ਼ਨ ਵਾਸਤੇ ਜੇ ਆਪਣੀ ਕਮਾਈ ਕੀਤੀ ਆ। ਦੂਸਰੀ ਚੀਜ਼, ਜਿਹੜੀ ਤਨਖਾਹ ਦੀ ਗੱਲ ਕੀਤੀ ਆ 11,000 ਰੁਪਈਆ, ਜਦੋਂ ਇਹ ਜੀਓਜੀ ਸ਼ੁਰੂ ਹੋਈ ਸੀ ਸ਼ਾਇਦ ਇਹਨਾਂ ਨੂੰ ਇਸ ਗੱਲ ਦਾ ਚੇਤਾ ਨਹੀਂ ਹੈ, ਆਮ ਆਦਮੀ ਪਾਰਟੀ ਦੇ ਜਿਹੜੇ ਇੱਕ ਅਹੁਦੇਦਾਰ ਆ, ਕਿ ਇਹ ਉਦੋਂ ਮਨਰੇਗਾ ਦੀ ਦਿਹਾੜੀ 350 ਤੇ 54 ਰੁਪਏ ਹੁੰਦੀ ਸੀ। ਸਾਨੂੰ ਮਨਰੇਗਾ ਦੀ ਦਿਹਾੜੀ ਦਿੱਤੀ ਗਈ ਜੋ ਕਿ 11,000 ਰੁਪਇਆ ਬਣਦੀ ਹੈ। ਮਨਰੇਗਾ ਦੀ ਦਿਹਾੜੀ ਦੇ ਵਿੱਚੋਂ ਇਹੋ ਕਿਹਾ ਗਿਆ ਕਿ ਚਲੋ ਠੀਕ ਹੈ, ਤੁਸੀਂ ਆਪਣੇ ਪੈਨਸ਼ਨਾਂ 'ਚੋਂ ਖਰਚਾ ਨਾ ਕਰੋ ਤੇ ਜਿਹੜਾ ਪੈਟਰੋਲ ਵਗੈਰਾ ਦਾ ਖਰਚਾ ਤੁਹਾਡਾ ਨਿਕਲ ਜੂਗਾ ਤੇ ਬਾਕੀ ਤੁਸੀਂ ਸਾਡੇ ਲਈ ਕੰਮ ਕਰੋ। ਸਾਨੂੰ ਇਹ ਸਰਕਾਰ ਨੇ ਨਹੀਂ, ਸਾਨੂੰ ਪਹਿਲੀਆਂ ਸਰਕਾਰਾਂ ਨੇ ਵੀ ਵਰਤਿਆ ਹੈ। ਜਦੋਂ ਕਾਂਗਰਸ ਸਰਕਾਰ ਬਣੀ ਸੀ ਉਸ ਸਮੇਂ ਅਕਾਲੀਆਂ ਦੇ ਸਰਪੰਚ ਸੀ, ਅਕਾਲੀਆਂ ਦੇ ਅਹੁਦੇਦਾਰ ਸੀਗੇ। ਕਾਂਗਰਸ ਨੇ ਜਿੰਨਾ ਚਿਰ ਤੱਕ ਅਕਾਲੀ ਸਰਪੰਚ ਰਹੇ ਬਹੁਤ ਵਧੀਆ, ਵੈਰੀ ਗੁੱਡ, ਸਾਰੇ ਐਮਐਲਏ ਮੰਤਰੀ ਕਹਿੰਦੇ ਰਹੇ ਕਿ ਬਹੁਤ ਜੀਓਜੀ ਅੱਛਾ ਕੰਮ ਕਰਦਾ ਹੈ। ਲੇਕਿਨ ਜਦੋਂ ਪੰਚਾਇਤ ਦੀਆਂ ਇਲੈਕਸ਼ਨਾਂ ਹੋਈਆਂ, ਪੰਚਾਇਤੀ ਰਾਜ ਦਾ ਰਾਜ ਆਇਆ, ਆਪਣੇ ਇਹਨਾਂ ਨੇ ਬਿਨਾਂ ਇਲੈਕਸ਼ਨ ਕਰਾਏ ਆਪਣੇ ਸਰਪੰਚ, ਆਪਣੇ ਬਲਾਕ ਸਮਿਤੀ ਦੇ ਮੈਂਬਰ, ਪ੍ਰਧਾਨ ਜੋ ਵੀ ਇਹਨਾਂ ਨੇ ਆਪਣੇ ਬਣਾਏ ਕਾਂਗਰਸ ਦੇ ਰਾਜ ਦੇ ਵਿੱਚ, ਉਹ ਜਿਹੜੇ ਸੀਗੇ ਜਦੋਂ ਇਹਨਾਂ ਦੇ ਬਣ ਗਏ, ਸਾਡਾ ਕੰਮ ਕਰਨ ਦਾ ਤਰੀਕਾ ਕੋਈ ਹੋਵੇ, ਸਰਕਾਰ ਦੇ ਵਿੱਚ ਕੋਈ ਨੁਮਾਇੰਦਾ ਹੋਵੇ, ਕੋਈ ਅਫਸਰ ਹੋਵੇ, ਕੋਈ ਮੰਤਰੀ ਹੋਵੇ, ਕੋਈ ਸੰਤਰੀ ਹੋਵੇ, ਸਾਨੂੰ ਉਹਨਾਂ ਨੂੰ ਕੋਈ ਗਰਜ ਨਹੀਂ ਹੈਗੀ। ਅਸੀਂ ਇਮਾਨਦਾਰੀ ਨਾਲ ਜੋ ਕੰਮ ਸਾਨੂੰ ਸਾਡੇ ਐਜ਼ ਪਰ ਦਾ ਐਸਓਪੀ ਜੋ ਸਾਨੂੰ ਗਾਈਡਲਾਈਨਸ ਜੋ ਪੈਰਾਮੀਟਰਸ ਦਿੱਤੇ ਗਏ ਉਹਦੇ ਮੁਤਾਬਕ ਅਸੀਂ ਉਸ ਕੰਮ ਨੂੰ ਪੂਰਾ ਕੀਤਾ। ਜਦੋਂ ਅਸੀਂ ਇਹਨਾਂ ਦੇ ਵਿੱਚ, ਕਿਉਂਕਿ ਉਹਨਾਂ ਨੂੰ ਸਾਡਾ ਕੰਮ ਪਸੰਦ ਨਹੀਂ ਆਇਆ,